ਬਹੁਤ ਸਾਰੇ ਲੋਕ ਪ੍ਰਾਰਥਨਾ ਕਰਦੇ ਆ, ਗੈਰ ਭਾਸ਼ਾ ਬੋਲਦੇ ਆ, ਲੇਕਿਨ ਉਹਨਾਂ ਦਾ ਦਿਮਾਗ ਕਿਤੇ ਹੋਰ ਹੈ। ਮੈਂ ਜਾਣਦਾ ਵਾ ਤੁਸੀਂ ਪ੍ਰਭਾਵੀ ਰੂਪ ਨਾਲ ਕੰਮ ਨਹੀਂ ਕਰ ਸਕਦੇ। ਹਰ ਇੱਕ ਇਨਸਾਨ ਜੋ ਪਰਮੇਸ਼ਰ ਨੂੰ ਆਪਣੇ ਅੰਦਰ ਕੰਮ ਕਰਨ ਦਿੰਦਾ ਉਹ ਬੁਰਾਈ ਨਹੀਂ ਆ, ਉਹ ਪਰਮੇਸ਼ਰ ਦਾ ਕੰਮ ਕਰ ਰਿਹਾ, ਪਰਮੇਸ਼ਰ ਨੂੰ ਬਦਲ ਰਿਹਾ। ਪਰ ਧਿਆਨ ਰੱਖੋ, ਬਾਈਬਲ ਦੱਸ ਰਹੀ ਆ ਕਿ ਜੋ ਲੋਕ ਅਨਿਆ ਜਾਤੀ ਸੀ ਉਹ ਪਰਮੇਸ਼ਰ ਰਹਿਤ ਸੀਗੇ। ਪਰ ਪਹਿਲਾਂ ਤੁਹਾਡੀ ਆਤਮਾ ਨੂੰ ਪਰਮੇਸ਼ਰ ਨਾਲ ਰਹਿਣਾ ਨਹੀਂ ਹੁੰਦਾ ਸੀਗਾ। ਜਦੋਂ ਤੁਸੀਂ ਨਵੇਂ ਜਨਮੇ ਹੋਏ ਆ, ਹੁਣ ਪਰਮੇਸ਼ਰ ਤੁਹਾਡੇ ਨਾਲ ਰਹਿ ਰਿਹਾ ਵਾ ਔਰ ਪਰਮੇਸ਼ਰ ਉੱਥੇ ਕੁਛ ਕਰਨ ਵਾਸਤੇ ਰਹਿ ਰਿਹਾ ਵਾ। ਅਗਰ ਤੁਸੀਂ ਪਰਮੇਸ਼ਰ ਨੂੰ ਕੰਮ ਕਰਨ ਨਹੀਂ ਦੋਗੇ, ਤੁਸੀਂ ਉੱਦਾਂ ਸੋਚੋਗੇ ਜਿੱਦਾਂ ਤੁਸੀਂ ਪਹਿਲਾਂ ਸੋਚਦੇ ਸੀਗੇ, ਜਦੋਂ ਤੁਸੀਂ ਈਸ਼ਵਰ ਤੋਂ ਬਿਨਾਂ ਸੀ। ਕਿਉਂਕਿ ਮੈਂ ਉਹਦਾ ਕੰਮ ਕਰ ਰਿਹਾ ਵਾ, ਮੇਰੇ ਅੰਦਰ ਪਰਮੇਸ਼ਰ ਨੂੰ ਕੰਮ ਕਰਨਾ ਆਸਾਨ ਹੋ ਗਿਆ ਵਾ, ਕਿਉਂਕਿ ਪਰਮੇਸ਼ਰ ਨੂੰ ਮੇਰੇ ਅੰਦਰ ਕੰਮ ਕਰਨ ਦਾ ਸਮਾਂ ਮਿਲ ਗਿਆ। ਜਦੋਂ ਤੁਸੀਂ ਆਤਮਾ ਵਿੱਚ ਜਿੱਤਣ ਜਾ ਰਹੇ ਹੋ, ਤੁਹਾਨੂੰ ਲੱਗ ਰਿਹਾ ਹੈ ਕਿ ਪਰਮੇਸ਼ਰ ਦਾ ਕੰਮ ਕਰਨ ਜਾ ਰਹੇ ਹੋ, ਜੋ ਕਿ ਵਧੀਆ ਵਾ। ਪਰ ਉਸ ਤੋਂ ਵਧੀਆ ਇਹ ਆ ਕਿ ਉਸ ਸਮੇਂ ਪਰਮੇਸ਼ਰ ਨੂੰ ਵੀ ਟਾਈਮ ਮਿਲ ਰਿਹਾ ਵਾ ਤੁਹਾਡੇ ਅੰਦਰ ਕੰਮ ਕਰਨ ਦਾ। ਜਦੋਂ ਤੁਸੀਂ ਪ੍ਰਾਰਥਨਾ ਕਰ ਰਹੇ ਹੋ, ਤੁਸੀਂ ਉਹਨਾਂ ਚੀਜ਼ਾਂ ਨੂੰ ਬਦਲ ਰਹੇ ਹੋ ਜੋ ਤੁਸੀਂ ਬਦਲਣਾ ਚਾਹੁੰਦੇ ਹੋ, ਪਰ ਉਸ ਸਮੇਂ ਪਰਮੇਸ਼ਰ ਨੂੰ ਟਾਈਮ ਮਿਲ ਰਿਹਾ ਵਾ ਤੁਹਾਡੇ ਅੰਦਰ ਕੰਮ ਕਰਨ ਦਾ। ਜਦੋਂ ਤੁਸੀਂ ਵਚਨ ਪੜ੍ਹ ਰਹੇ ਹੋ, ਪਰਮੇਸ਼ਰ ਨੂੰ ਸਮਾਂ ਮਿਲ ਰਿਹਾ ਵਾ ਤੁਹਾਡੇ ਅੰਦਰ ਕੰਮ ਕਰਨ ਦਾ। ਹਾਲੇਲੂਇਆ। ਚਲਾ ਸਕਦੇ ਹੋ। ਮਹਿਮਾ ਮਹਿਮਾ ਮਹਿਮਾ। ਓ ਪ੍ਰਭੂ ਤੇਰਾ ਧੰਨਵਾਦ ਦਿੰਦੇ ਹਾਂ। ਤੁਸੀਂ ਕਿਰਪਾਲੂ ਹੋ, ਤੁਸੀਂ ਦਿਆਲੂ ਹੋ, ਤੁਸੀਂ ਪ੍ਰੇਮੀ ਪਰਮੇਸ਼ਰ। ਧੰਨਵਾਦ ਪ੍ਰਭੂ, ਸਾਡੀ ਜ਼ਿੰਦਗੀ ਵਿੱਚ ਤੁਹਾਡੀ ਹਜ਼ੂਰੀ ਵਾਸਤੇ ਤੁਹਾਡਾ ਧੰਨਵਾਦ, ਤੁਹਾਡੇ ਆਤਮਾ ਵਾਸਤੇ ਤੁਹਾਡਾ ਧੰਨਵਾਦ, ਤੁਹਾਡੇ ਲਿਖੇ ਹੋਏ ਵਚਨ ਵਾਸਤੇ ਤੁਹਾਡਾ ਧੰਨਵਾਦ। ਤੁਹਾਡਾ ਧੰਨਵਾਦ ਕਰਦੇ ਹਾਂ ਪ੍ਰਭੂ। ਸਾਰੀ ਦੁਨੀਆ ਤੁਹਾਡੀ ਆ, ਦੁਨੀਆ ਦੇ ਸਾਰੇ ਦੇਸ਼ ਤੁਹਾਡੇ ਆ, ਔਰ ਅਸੀਂ ਸਭ ਤੁਹਾਡੇ ਹੱਥਾਂ ਦੀ ਰਚਨਾ। ਅਸੀਂ ਹਰ ਵਿਅਕਤੀ ਦੇ ਉੱਪਰ, ਹਰ ਵਸਤੂ ਦੇ ਉੱਪਰ ਤੁਹਾਡੇ ਪ੍ਰਭੁਤਵ ਦੀ ਘੋਸ਼ਣਾ ਕਰਦੇ ਹਾਂ ਯਿਸੂ ਮਸੀਹ ਦੇ ਨਾਮ ਦੇ ਵਿੱਚ। ਇਸ ਸਮੇਂ ਵਾਸਤੇ ਤੁਹਾਡਾ ਧੰਨਵਾਦ ਕਰਦੇ ਹਾਂ ਕਿ ਅਸੀਂ ਤੁਹਾਡੇ ਵਚਨਾਂ ਚੋਂ ਸਿੱਖੀਏ, ਦਿਸ਼ਾ ਪਾਏ, ਨਿਰਦੇਸ਼ ਪਾਏ, ਉਤਸ਼ਾਹ ਪਾਈਏ। ਤੁਹਾਡਾ ਧੰਨਵਾਦ ਦਿੰਦੇ ਹਾਂ, ਤੁਹਾਡਾ ਧੰਨਵਾਦ ਕਰਦੇ ਹਾਂ, ਧੰਨਵਾਦ ਕਰਦੇ ਹਾਂ। ਅਸੀਂ ਕਹਿੰਦੇ ਹਾਂ ਸਾਡੀਆਂ ਸਮਝ ਦੀਆਂ ਅੱਖਾਂ ਖੁੱਲੀਆਂ ਤੁਹਾਨੂੰ ਸੁਣਨ ਵਾਸਤੇ ਔਰ ਤੁਹਾਡੀ ਗੱਲਾਂ ਨੂੰ ਸਮਝਣ ਵਾਸਤੇ। ਔਰ ਇਸ ਪ੍ਰਾਰਥਨਾ ਨੂੰ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਮੰਗਦੇ ਆ, ਆਮੇਨ। ਬੈਠ ਸਕਦੇ ਹੋ। ਪੜੋਸੀ ਦਾ ਸਵਾਗਤ ਕਰਾਂਗੇ ਹਾਈ ਫਾਈ ਦੇ ਕੇ। ਹਾਲੇਲੂਇਆ। ਚਲੋ ਇੱਕ ਹੋਰ ਪੜ੍ਹਦੇ ਹਾਂ, ਫਿਲਿਪੀਓ ਔਰ ਪਹਿਲਾ ਅਧਿਆਇ 6ਵਾਂ ਵਚਨ। ਮੈਨੂੰ ਇਸ ਗੱਲ ਦਾ ਭਰੋਸਾ ਹੈ, ਜੋ ਗਾਣਾ ਸੀ ਗਾਇਆ ਵਾ, ਮੈਨੂੰ ਇਸ ਗੱਲ ਦਾ ਭਰੋਸਾ ਹੈ ਕਿ ਜਿਹਨੇ ਤੁਹਾਡੇ ਵਿੱਚ ਚੰਗਾ ਕੰਮ ਸ਼ੁਰੂ ਕੀਤਾ, ਉਹੀ, ਬੋਲੋ ਉਹੀ ਕੰਮ ਕਿਹਨੇ ਸ਼ੁਰੂ ਕੀਤਾ? ਪਰਮੇਸ਼ਵਰ ਨੇ। ਪੂਰਾ ਕੌਣ ਕਰੇਗਾ? ਪਰਮੇਸ਼ਵਰ। ਧਿਆਨ ਰੱਖੋ, ਕਿਉਂਕਿ ਉਹਨੇ ਜੋ ਕੰਮ ਸ਼ੁਰੂ ਕੀਤਾ ਵਾ ਉਹਨੂੰ ਉਹ ਪੂਰਾ ਵੀ ਕਰਨਾ ਚਾਹੁੰਦਾ। ਔਰ ਪੂਰਾ ਕੌਣ ਕਰੇਗਾ? ਪਰਮੇਸ਼ਵਰ। ਸ਼ੁਰੂ ਕਿਹਨੇ ਕੀਤਾ? ਪਰਮੇਸ਼ਵਰ ਨੇ। ਔਰ ਤੁਹਾਨੂੰ ਜਾਣਨਾ ਪਵੇਗਾ ਕਿ ਕਿੱਦਾਂ ਪਰਮੇਸ਼ਵਰ ਜਿਹੜਾ ਕੰਮ ਤੁਹਾਡੇ ਅੰਦਰ ਸ਼ੁਰੂ ਕੀਤਾ ਵਾ, ਕੰਮ ਪੂਰਾ ਹੋ ਜਾਵੇ। ਇੱਥੇ ਤੁਹਾਡੀ ਭੂਮਿਕਾ ਵਾ, ਤੁਹਾਡਾ ਇੱਕ ਰੋਲ ਹੈ, ਤੁਹਾਡਾ ਇੱਕ ਯੋਗਦਾਨ ਹੈ। ਇਹ ਆ ਮੇਨ ਚੀਜ਼ ਮਸੀਹਤ ਦੀ। ਜਦੋਂ ਤੁਸੀਂ ਵਿਅਸਕ ਹੋ ਜਾਂਦੇ ਆ, ਤੁਹਾਡਾ ਦਿਮਾਗ ਇਹਨਾਂ ਚੀਜ਼ਾਂ ਤੇ ਚਲਾ ਜਾਂਦਾ ਵਾ ਕਿ ਉਹ ਪਰਮੇਸ਼ਵਰ ਮੇਰੇ ਅੰਦਰ ਕੰਮ ਕਰ ਰਿਹਾ, ਪਰ ਕੀ ਪਰਮੇਸ਼ਵਰ ਮੇਰੇ ਅੰਦਰ ਉਸ ਕੰਮ ਨੂੰ ਖਤਮ ਕਰ ਪਾਏਗਾ? ਪਰਮੇਸ਼ਵਰ ਤੁਹਾਡੇ ਅੰਦਰ ਉਸ ਕੰਮ ਨੂੰ ਖਤਮ ਕਰ ਪਾਏਗਾ ਕਿ ਨਹੀਂ ਪਾਏਗਾ, ਇਹ ਤੁਹਾਡੇ ਤੇ ਡਿਪੈਂਡ ਕਰਦਾ। ਕਿਉਂਕਿ ਪਰਮੇਸ਼ਵਰ ਨੂੰ ਤੁਹਾਨੂੰ ਉਸ ਕੰਮ ਕਰਨ ਨੂੰ ਖਤਮ ਕਰਨ ਦੀ ਦੋ ਚੀਜ਼ਾਂ ਹੋਣਗੀਆਂ। ਪਹਿਲਾ ਕੀ ਆ? ਪਰਮੇਸ਼ਵਰ ਨੂੰ ਤੁਹਾਡੇ ਅੰਦਰ ਪ੍ਰਭਾਵੀ ਰੂਪ ਨਾਲ ਕੰਮ ਕਰਨਾ ਪਵੇਗਾ, ਜੋ ਅਸੀਂ ਦੇਖਿਆ, ਇਫੈਕਚੁਅਲ ਵਰਕਿੰਗ, ਪ੍ਰਭਾਵੀ ਰੂਪ ਨਾਲ। ਔਰ ਦੂਜਾ ਇਹ ਆ, ਉਹ ਕੀ ਕਰਨਾ ਪਏਗਾ? ਤੁਹਾਡੇ ਅੰਦਰ ਵਚਨ ਤੋਂ ਦੇਖਦੇ ਹਾਂ, ਬਹੁਤ ਸਾਰੇ ਵਚਨ ਹੈ। ਫਿਲਿਪੀਓ 2 ਅਧਿਆਇ 13ਵਾਂ ਵਚਨ TPD ਤੋਂ ਦੇਖਦੇ ਹਾਂ। God will continually revitalize you. Continually. ਪਰਮੇਸ਼ਵਰ ਨਿਰੰਤਰ ਤੁਹਾਨੂੰ ਸਫੁਰਤੀ ਦੇਵੇਗਾ। ਤਾਂ ਪਰਮੇਸ਼ਵਰ ਨੇ ਤੁਹਾਡੇ ਅੰਦਰ ਚੰਗਾ ਕੰਮ ਸ਼ੁਰੂ ਕੀਤਾ। ਪਰਮੇਸ਼ਵਰ ਉਸ ਕੰਮ ਨੂੰ ਖਤਮ ਕਰਨਾ ਚਾਹੁੰਦਾ। ਪਰਮੇਸ਼ਵਰ ਉਸ ਕੰਮ ਨੂੰ ਤਦ ਹੀ ਖਤਮ ਕਰੇਗਾ ਜਦ ਪਰਮੇਸ਼ਵਰ ਨੂੰ ਤੁਸੀਂ ਆਪਣੇ ਅੰਦਰ ਕੰਮ ਕਰਨ ਵਾਸਤੇ ਪ੍ਰਭਾਵੀ ਰੂਪ ਨਾਲ ਔਰ ਨਿਰੰਤਰ ਰੂਪ ਨਾਲ ਕਰਨ ਦੋਗੇ। ਪ੍ਰੇਜ਼ ਦ ਲਾਰਡ। ਹਾਲੇਲੂਇਆ। ਕਿੰਨੇ ਲੋਕ ਹੈ? ਕੁਝ ਲੋਕ ਪਿੰਡ ਚਲੇ ਜਾਂਦੇ ਆ ਤਾਂ ਪਰਮੇਸ਼ਰ ਨੂੰ ਛੱਡ ਦਿੰਦੇ ਆ, 3 ਮਹੀਨੇ ਬਾਅਦ ਆਉਂਦੇ ਆ।
ਸੰਡੇ ਆਉਂਦੇ ਆ, ਪ੍ਰਭੂ ਨੂੰ ਕੰਮ ਕਰਨ ਦਿੰਦੇ ਆ। ਮੰਡੇ ਤੋਂ ਸੈਚਰਡੇ ਜੋ ਮਨ ਵਿੱਚ ਆਇਆ ਕਰਦੇ ਆ। ਫਿਰ ਸੰਡੇ ਆਉਂਦੇ ਆ, ਫਿਰ ਪ੍ਰਭੂ ਨੂੰ ਕੰਮ ਕਰਨ ਦਿੰਦੇ ਆ 2 ਘੰਟੇ। ਅਗਰ 2 ਘੰਟੇ ਬਿਤਾ ਲਏ ਤਾਂ ਹਾਂ ਗਾਇਬ ਹੁੰਦੇ ਆ ਤਾਂ ਚਰਚ ਤੋਂ ਗਾਇਬ ਵੀ ਹੋ ਜਾਂਦੇ ਆ। ਫਿਰ ਕਹਿੰਦੇ ਆ ਕੁਛ ਨਹੀਂ ਬਦਲਾ, ਕਿਉਂਕਿ ਤੁਸੀਂ 2 ਚੀਜ਼ਾਂ ਭੁੱਲ ਗਏ, ਪ੍ਰਭਾਵ ਔਰ ਨਿਰੰਤਰਤਾ। ਉੱਥੇ ਨਿਰੰਤਰਤਾ ਵੀ ਹੋਣੀ ਚਾਹੀਦੀ ਆ ਔਰ ਕੰਮ ਨੂੰ ਪ੍ਰਭਾਵਸ਼ਾਲੀ ਵੀ ਹੋਣਾ ਚਾਹੀਦਾ। ਕਿੰਨੇ ਸਮਝ ਰਹੇ ਆ? ਕਿਹਨਾਂ ਨੂੰ ਪਤਾ? ਪੜ੍ਹਾਈ ਵਿੱਚ ਸਫਲ ਹੋਣ ਵਾਸਤੇ ਕੀ ਚਾਹੀਦਾ ਵਾ? ਪੜ੍ਹਾਈ ਨੂੰ ਨਿਰੰਤਰ ਹੋਣਾ ਪੈਂਦਾ ਔਰ ਪ੍ਰਭਾਵਸ਼ਾਲੀ ਤਰੀਕੇ ਨਾਲ ਕਰਨਾ ਪੈਂਦਾ। ਸਮਝ ਆ ਰਿਹਾ ਨਾ? ਤੁਸੀਂ ਨਹੀਂ ਕਰ ਸਕਦੇ ਅੱਜ ਤੁਸੀਂ ਵਿਗਿਆਨ ਦੀ ਕਿਤਾਬ ਉਠਾਈ ਆ ਔਰ 10 ਸਾਲ ਬਾਅਦ ਉਠਾਈ ਆ, ਕੁਛ ਸਮਝ ਨਹੀਂ ਆਉਣ ਵਾਲਾ। ਜੋ ਪੜ੍ਹਿਆ ਉਹ ਵੀ ਭੁੱਲ ਜਾਣਾ। ਤੁਹਾਨੂੰ ਨਿਰੰਤਰ ਹੋਣਾ ਚਾਹੀਦਾ, ਦੁਹਰਾਉਣਾ, ਰਿਵੀਜ਼ਨ। ਫਿਰ ਉਹ ਜਾ ਕੇ ਚੀਜ਼ ਸਾਡੇ ਅੰਦਰ ਬੈਠਦੀ ਆ। ਔਰ ਪ੍ਰਭਾਵੀ ਪੜ੍ਹਾਈ ਕਰਨ ਦਾ ਤਰੀਕਾ ਅਲੱਗ ਵਾ। ਉੱਥੇ ਕੀ ਹੋਣਾ ਪਵੇਗਾ ਮੈਂ ਤੁਹਾਨੂੰ ਦੱਸੂਗਾ ਬਾਅਦ 'ਚੋਂ। 2 ਚੀਜ਼ਾਂ ਕਿ ਪਰਮੇਸ਼ਰ ਨੂੰ ਤੁਹਾਡੇ ਅੰਦਰ ਪ੍ਰਭਾਵੀ ਰੂਪ ਨਾਲ ਕੰਮ ਕਰਨਾ ਪਵੇਗਾ ਔਰ ਪਰਮੇਸ਼ਰ ਨੂੰ ਤੁਹਾਡੇ ਅੰਦਰ ਨਿਰੰਤਰ ਕੰਮ ਕਰਨਾ ਪਵੇਗਾ। ਔਰ ਸਵਾਲ ਇਹ ਆ ਕਿ ਇਹ ਮੈਂ ਕਿੱਦਾਂ ਕਰਾਂ? ਮੈਂ ਕੀ ਕਰ ਸਕਦਾ ਹਾਂ ਤਾਂ ਕਿ ਪਰਮੇਸ਼ਰ ਮੇਰੇ ਅੰਦਰ ਪ੍ਰਭਾਵੀ ਰੂਪ ਨਾਲ ਕੰਮ ਕਰੇ? ਔਰ ਮੈਂ ਕੀ ਕਰ ਸਕਦਾ ਤਾਂ ਕਿ ਪਰਮੇਸ਼ਰ ਮੇਰੇ ਅੰਦਰ ਨਿਰੰਤਰ ਰੂਪ ਨਾਲ ਕੰਮ ਕਰੇ? ਕਿਉਂਕਿ ਪਰਮੇਸ਼ਰ ਨੂੰ ਕੰਮ ਪੂਰਾ ਕਰਨ ਵਾਸਤੇ ਇਹਨਾਂ 2 ਚੀਜ਼ਾਂ ਦੀ ਜ਼ਰੂਰਤ ਹੈ। ਪ੍ਰੇਜ਼ ਦ ਲਾਰਡ। ਤੁਹਾਨੂੰ ਫਿਨਿਸ਼ਡ ਪ੍ਰੋਡਕਟ ਬਣਨਾ ਪਵੇਗਾ। ਪੜੋਸੀ ਨੂੰ ਬੋਲੋ ਫਿਨਿਸ਼ਡ ਪ੍ਰੋਡਕਟ। ਕਿੰਨੇ ਲੋਕ ਰੋਟੀ ਬਣਾਉਂਦੇ ਆ ਪੂਰੀ ਨਹੀਂ ਕਰਦੇ? ਕਿੰਨੇ ਲੋਕ ਦਾਲ ਬਣਾਉਂਦੇ ਆ ਪੂਰੀ ਨਹੀਂ ਬਣਾਉਂਦੇ? ਤਾਂ ਇਹ ਨਾ ਕਹੋ ਕਿ ਪ੍ਰਭੂ ਇਹ ਕੰਮ ਸ਼ੁਰੂ ਕਰੇਗਾ ਔਰ ਸਵਰਗ ਵਿੱਚ ਪੂਰਾ ਕਰੇਗਾ। ਮੈਂ ਕਿਹਾ ਇਹ ਕੀ ਭਾਈ, ਸਵਰਗ ਵਿੱਚ ਥੋੜ੍ਹੀ ਪੂਰਾ ਕਰੇਗਾ ਪ੍ਰਭੂ। ਉਸ ਕੰਮ ਨੂੰ ਕਿੱਥੇ ਕਰਨਾ ਪੂਰਾ ਹੋਣਾ? ਧਰਤੀ ਦੇ ਉੱਪਰ ਹੀ, ਧਰਤੀ ਤੇ ਹੀ। ਔਰ ਇਹ ਤੁਹਾਡਾ ਲਕਸ਼ ਹੋਣਾ ਚਾਹੀਦਾ। ਬਹੁਤ ਸਾਰੇ ਲੋਕ ਅੱਧੇ ਪ੍ਰੋਡਕਟ ਵਾ, ਅੱਧੇ ਟੁੱਟੇ ਹੋਏ ਘੜੇ ਘੁਮਾਰ ਨੇ ਬਣਾਉਣਾ ਸ਼ੁਰੂ ਕੀਤਾ, ਵਿੱਚ ਹੀ ਛੱਡ ਦਿੱਤਾ। ਕਿਉਂਕਿ ਉਹਨਾਂ ਨੇ ਘੁਮਿਆਰ ਨੂੰ ਆਪਣੇ ਅੰਦਰ ਕੰਮ ਕਰਨ ਦੀ ਜ਼ਰੂਰਤ ਨਹੀਂ ਦਿੱਤੀ। ਪਰਮੇਸ਼ਰ ਨੂੰ ਤੁਹਾਡੀ ਇੱਛਾ ਦਿੱਤੀ ਆ ਔਰ ਇਹੀ ਕਾਰਨ ਹੈ ਕਿ ਤੁਹਾਡੇ ਅੰਦਰ ਪਰਮੇਸ਼ਰ ਨੂੰ ਆਪਣੇ ਅੰਦਰ ਕੰਮ ਕਰਨ ਦੇਣਾ ਪਵੇਗਾ। ਕਿਉਂਕਿ ਪਰਮੇਸ਼ਰ ਤੁਹਾਡੇ ਅੰਦਰ ਕੰਮ ਕਰਨਾ ਚਾਹੁੰਦਾ ਵਾ, ਪਰ ਤੁਸੀਂ ਹੋ ਜੋ ਤੁਸੀਂ ਉਹਨੂੰ ਕਰਨ ਦਵੋਗੇ ਕਿ ਨਹੀਂ ਕਰਨ ਦਵੋਗੇ। ਬਹੁਤ ਸਾਰੇ ਲੋਕ ਕਦੀ ਵੀ ਪ੍ਰਭੂ ਨੂੰ ਖੁਸ਼ ਨਹੀਂ ਕਰਦੇ। ਪ੍ਰਭੂ ਕੁਛ ਕਰਨ ਹੁੰਦਾ ਵਾ, ਉਹ ਆਪਣੇ ਦੋਸਤ ਨੂੰ ਫੋਨ ਕਰਦੇ ਆ। ਪ੍ਰਭੂ ਕੁਛ ਕਰਨ ਹੁੰਦਾ ਵਾ, ਸ਼ਾਦੀ ਵਿੱਚ ਚਲੇ ਜਾਂਦੇ ਆ 15 ਦਿਨ ਵਾਸਤੇ। ਬਹੁਤ ਨਾਲ ਹੁੰਦਾ ਵਾ। ਔਰ ਸ਼ੈਤਾਨ ਨੂੰ ਪਤਾ ਵਾ ਕਦੋਂ ਪਰਮੇਸ਼ਰ ਤੁਹਾਡੇ ਨਾਲ ਕੰਮ ਕਰਨਾ ਸ਼ੁਰੂ ਕਰਦਾ ਵਾ। ਔਰ ਸ਼ੈਤਾਨ ਨੂੰ ਪਤਾ ਵਾ ਕਿੱਦਾਂ ਉਸ ਕੰਮ ਨੂੰ ਤੁਹਾਡੇ ਜੀਵਨ 'ਚ ਰੋਕਣਾ ਵਾ। ਔਰ ਕਿੰਨਾਂ ਨੂੰ ਪਤਾ ਹੁੰਦਾ ਇਹ ਚੀਜ਼? ਮੈਂ ਬਹੁਤ ਸਾਲ ਪਹਿਲਾਂ ਇਹ ਸਿੱਖ ਲਿਆ ਸੀ ਕਿ ਜਦੋਂ ਪਰਮੇਸ਼ਰ ਕੰਮ ਕਰੇਗਾ ਬਾਕੀ ਚੀਜ਼ਾਂ ਤੋਂ ਦਿਮਾਗ ਹਟਾ ਲਓ। ਮੇਰੇ ਆਸ-ਪਾਸ ਦੇ ਲੋਕਾਂ ਦੇ ਵਿੱਚ ਜਦੋਂ ਪਰਮੇਸ਼ਰ ਮੈਨੂੰ ਦਿਖਾਉਣਾ ਸ਼ੁਰੂ ਕੀਤਾ ਕਿ ਮੈਂ ਇਹਨਾਂ ਜੀਵਨ 'ਚ ਕੰਮ ਕਰ ਰਿਹਾ ਵਾ ਔਰ ਦੇਖੋ ਇੱਥੇ ਨਹੀਂ ਆ, ਤਾਂ ਮੈਂ ਉਹਨਾਂ ਨੂੰ ਕਰੈਕਟ ਕਰਨਾ ਸ਼ੁਰੂ ਕੀਤਾ। ਨਹੀਂ, ਪ੍ਰਭੂ ਕੰਮ ਕਰ ਰਿਹਾ, ਇਸ ਸਮੇਂ ਕੁਛ ਹੋਰ ਨਹੀਂ ਕਰਨਾ। ਭਲੇ ਹੀ ਉਹਨਾਂ ਦੀ ਵਿਆਹ ਸ਼ਾਦੀ ਕਿਉਂ ਨਾ ਹੋਵੇ, ਭਲਾ ਉਹਨਾਂ ਦੇ ਭਰਾਵਾਂ ਦੀ ਸ਼ਾਦੀਆਂ ਕਿਉਂ ਨਹੀਂ ਸੀ। ਮੈਂ ਕਹਿੰਦਾ ਜਦੋਂ ਪ੍ਰਭੂ ਕੰਮ ਕਰ ਰਿਹਾ ਵਾ, ਅਗਰ ਇਹ ਹੁਣ ਚਲੇ ਗਏ ਤਾਂ ਬਹੁਤ ਨੁਕਸਾਨ ਹੋਏਗਾ। ਜਿਨ੍ਹਾਂ ਪਰ ਮੇਰਾ ਅਧਿਕਾਰ ਸੀ, ਜਿਹੜੇ ਮੇਰੇ ਸੁਣ ਸਕਦੇ ਸੀ, ਉਹਨਾਂ ਨੂੰ ਮੈਂ ਸਿਖਾਉਣਾ ਸ਼ੁਰੂ ਕੀਤਾ। ਹਾਲੇਲੂਇਆ, ਹਾਲੇਲੂਇਆ। ਬਹੁਤ ਘੱਟ ਲੋਕ ਜੋ ਵਫਾਦਾਰ ਹੈ, ਬਹੁਤ ਘੱਟ, ਜਿਨ੍ਹਾਂ ਵਾਸਤੇ ਪਰਮੇਸ਼ਰ ਸਭ ਕੁਛ ਹੈ, ਜੋ ਪਰਮੇਸ਼ਰ ਦੇ ਸਿਵਾਏ ਕੁਛ ਹੋਰ ਨਹੀਂ ਸੋਚ ਸਕਦੇ। ਬਹੁਤ ਘੱਟ ਲੋਕ ਹੈ, ਕਿਉਂਕਿ ਪਰਮੇਸ਼ਰ ਤੋਂ ਕੁਛ ਪਾਉਣ ਵਾਸਤੇ ਕੁਛ ਸੋਚ ਸਕਦੇ ਆ, ਲੇਕਿਨ ਪਰਮੇਸ਼ਰ ਦੇ ਵਾਸਤੇ ਵਫਾਦਾਰ ਹੋਣ ਦਾ ਉਹਨਾਂ ਦਾ ਮਨ ਕਦੀ ਨਹੀਂ ਹੈ। ਸੱਚਾਈ ਇਹ ਹੈ। ਤਾਂ ਬਹੁਤ ਸਾਰੇ ਲੋਕ ਹੈ ਪਰਮੇਸ਼ਰ ਨੂੰ ਆਪਣੇ ਅੰਦਰ ਨਿਰੰਤਰ ਕੰਮ ਕਰਨ ਨਹੀਂ ਦਿੰਦੇ। ਪਰਮੇਸ਼ਰ ਨੂੰ ਆਪਣੇ ਅੰਦਰ ਪ੍ਰਭਾਵਸ਼ਾਲੀ ਰੂਪ ਨਾਲ ਕੰਮ ਕਰਨ ਨਹੀਂ ਦਿੰਦੇ, ਕਿਉਂਕਿ ਉਹ ਚਾਹੁੰਦੇ ਆ ਪਰਮੇਸ਼ਰ ਉਹਨਾਂ ਵਾਸਤੇ ਉਹ ਕਰੇ ਜੋ ਉਹ ਚਾਹੁੰਦੇ ਆ, ਨਾ ਕਿ ਉਹ ਕਰੇ ਜੋ ਕਿ ਪਰਮੇਸ਼ਰ ਚਾਹੁੰਦਾ। ਫਿਰ ਕਹਿੰਦੇ ਆ ਪਰਮੇਸ਼ਰ ਜੋ ਤੁਸੀਂ ਚਾਹੁੰਦੇ ਹੋ ਉਹ ਕਰੋ। ਮੈਂ ਕਹਿੰਦਾ ਡਰਾਮਾ ਨਾ ਕਰੋ ਭਾਈ, ਝੂਠ ਨਾ ਬੋਲੋ। ਪ੍ਰਭੂ ਜੋ ਤੁਸੀਂ ਚਾਹੁੰਦੇ ਹੋ ਉਹ ਕਰੋ। ਮੈਂ ਕਹਿੰਦਾ ਇਹ ਤੁਸੀਂ ਨਹੀਂ ਚਾਹੁੰਦੇ, ਕਿਉਂਕਿ ਮੈਂ ਤੁਹਾਨੂੰ ਦਿਖਾ ਰਿਹਾ ਪਰਮੇਸ਼ਰ ਕੀ ਚਾਹੁੰਦਾ। ਪਰਮੇਸ਼ਰ ਤੁਹਾਡੇ ਅੰਦਰ ਕੰਮ ਕਰਨਾ ਚਾਹੁੰਦਾ ਵਾ। ਪਰਮੇਸ਼ਰ ਤੁਹਾਡੇ ਅੰਦਰ ਇੱਕ ਚੰਗਾ ਕੰਮ ਸ਼ੁਰੂ ਕੀਤਾ ਵਾ। ਪਰਮੇਸ਼ਰ ਨੇ ਮੇਰੇ ਅੰਦਰ ਅੱਛਾ ਕੰਮ ਸ਼ੁਰੂ ਕੀਤਾ। ਪਰ ਕਿੰਨਿਆਂ ਨੂੰ ਪਤਾ ਪਰਮੇਸ਼ਰ ਉਹਨਾਂ ਦੇ ਅੰਦਰ ਇੱਕ ਅੱਛਾ ਕੰਮ ਸ਼ੁਰੂ ਕੀਤਾ। ਮੈਂ ਕਹਿੰਦਾ ਕੌਣ ਲੀਡਰ ਬਣੇਗਾ? ਤੁਹਾਨੂੰ ਪਤਾ ਇਹ ਲੀਡਰ ਬਣਨਾ ਵਧੀਆ ਕੰਮ ਹੈ। ਕੁਛ ਲੋਕ ਉਸੇ ਕੰਮ ਨੂੰ ਪੂਰਾ ਨਹੀਂ ਕਰਦੇ। ਕੌਣ ਲੀਡਰਸ਼ਿਪ ਵਿੱਚ ਜਾਏਗਾ?
ਬਹੁਤ ਕੰਮ ਹੈ। ਕੀ ਤੁਹਾਨੂੰ ਪਤਾ ਹੈ ਵਧੀਆ ਕੰਮ ਹੈ, ਅੱਛਾ ਕੰਮ ਹੈ? ਪਰਮੇਸ਼ਰ ਤੁਹਾਨੂੰ ਮਹਾਨਤਾ ਦੇ ਰਸਤੇ ਤੇ ਲੈ ਜਾ ਰਿਹਾ ਔਰ ਤੁਸੀਂ ਉਸ ਕੰਮ ਨੂੰ ਮਿੱਟੀ ਡਪਾਤੀ। ਉਸ ਕੰਮ ਤੇ ਇਨਫੈਕਟ ਦੂਜਿਆਂ ਨੇ ਸ਼ੁਰੂ ਕੀਤਾ, ਉਹਨਾਂ ਨੇ ਵੀ ਮਿੱਟੀ ਪਾਤੀ। ਪ੍ਰੇਜ਼ ਦ ਲਾਰਡ। ਉਹ ਪਰਮੇਸ਼ਰ ਨੂੰ ਆਪਣੇ ਅੰਦਰ ਕੁਛ ਨਹੀਂ ਕਰਨ ਦਿੰਦੇ। ਫਿਰ ਉਹ ਕਹਿੰਦੇ ਆ, ਪ੍ਰਭੂ ਮੈਂ ਕਦੋਂ ਬਦਲੂੰਗਾ? ਪ੍ਰਭੂ ਕਹੂਗਾ ਜਦੋਂ ਮੈਂ ਕੰਮ ਕਰਨ ਸ਼ੁਰੂ ਕਰੂੰਗਾ ਫੇਰ ਹੀ ਆ। ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਬੋਲੋ, ਪਰਮੇਸ਼ਰ ਨੇ ਮੇਰੇ ਅੰਦਰ ਅੱਛਾ ਕੰਮ ਸ਼ੁਰੂ ਕੀਤਾ। ਖਤਮ ਕਰਵਾਉਣਾ ਮੇਰਾ ਕੰਮ ਹੈ। ਪਰਮੇਸ਼ਰ ਨੂੰ ਸਹਿਯੋਗ ਕਰਨਾ ਪਵੇਗਾ। ਔਰ ਪਰਮੇਸ਼ਰ ਨੂੰ ਸਹਿਯੋਗ ਤੁਸੀਂ ਕਿੱਦਾਂ ਕਰੋਗੇ? ਦੋ ਤਰੀਕੇ ਨਾਲ। ਕਿੱਦਾਂ? ਪਰਮੇਸ਼ਰ ਤੁਹਾਡੇ ਅੰਦਰ ਪ੍ਰਭਾਵੀ ਰੂਪ ਨਾਲ ਕੰਮ ਕਰ ਸਕੇ ਔਰ ਪਰਮੇਸ਼ਰ ਤੁਹਾਡੇ ਅੰਦਰ ਨਿਰੰਤਰ ਰੂਪ ਨਾਲ ਕੰਮ ਕਰ ਸਕੇ, ਤਾਂ ਕਿ ਜੋ ਕੰਮ ਉਹਨੇ ਤੁਹਾਡੇ ਅੰਦਰ ਸ਼ੁਰੂ ਕੀਤਾ ਵਾ, ਪਰਮੇਸ਼ਰ ਉਸ ਕੰਮ ਨੂੰ ਪੂਰਾ ਕਰ ਸਕੇ। ਪ੍ਰੇਜ਼ ਦ ਲਾਰਡ। ਹੁਣ ਸਵਾਲ ਇਹ ਆ, ਕਿੱਦਾਂ ਮੈਂ ਇਹਨਾਂ ਚੀਜ਼ਾਂ ਨੂੰ ਕਰਵਾ ਸਕਦਾ? ਮੈਂ ਦੋ ਸ਼ਬਦ ਕਹੇ ਆ, ਨਿਰੰਤਰ ਔਰ ਪ੍ਰਭਾਵਸ਼ਾਲੀ। ਜਿੰਨਾ ਜ਼ਿਆਦਾ ਤੁਸੀਂ ਪ੍ਰਾਰਥਨਾ ਕਰੋਗੇ, ਜਿੰਨਾ ਜ਼ਿਆਦਾ ਤੁਸੀਂ ਪਰਮੇਸ਼ਰ ਦਾ ਵਚਨ ਪੜ੍ਹੋਗੇ, ਉਨਾ ਹੀ ਪਰਮੇਸ਼ਰ ਨੂੰ ਤੁਸੀਂ ਮੌਕਾ ਦੇ ਰਹੇ ਹੋ ਨਿਰੰਤਰ ਅੰਦਰ ਕੰਮ ਕਰਨ ਦਾ। ਜਿੰਨਾ ਤੁਸੀਂ ਸਹਿਭਾਗਿਤਾ ਕਰ ਰਹੇ ਹੋ, ਉਨੀ ਉਹਦੀ ਨਿਰੰਤਰਤਾ ਤੁਹਾਡੇ ਅੰਦਰ ਬਣੀ ਰਹੇਗੀ। ਜਦੋਂ ਲੋਕਾਂ ਦਾ ਆਪਰੇਸ਼ਨ ਹੁੰਦਾ ਵਾ ਤਾਂ ਘੰਟਿਆਂ ਡਾਕਟਰ ਉਹਦੇ ਅੰਦਰ ਕੰਮ ਕਰਦਾ, ਡਾਕਟਰ ਉਹਨਾਂ ਨੂੰ ਬੋਸ਼ ਕਰ ਦਿੰਦਾ ਵਾ, ਜੋ ਮਨ ਚਾਹੇ ਕਰਦਾ। ਤੁਹਾਨੂੰ ਪਰਮੇਸ਼ਰ ਦੇ ਨਾਲ ਸਹਿਭਾਗਿਤਾ ਕਰਨੀ ਪਵੇਗੀ ਨਿਰੰਤਰ, ਤਾਂ ਕਿ ਉਹ ਤੁਹਾਡੇ ਅੰਦਰ ਕੰਮ ਕਰ ਪਾਏ ਨਿਰੰਤਰ ਤਰੀਕੇ ਨਾਲ। ਪਰਮੇਸ਼ਰ ਦੇ ਕੰਮ ਤੋਂ ਭੱਜੋ ਨਾ। ਮੈਂ ਸਿੱਖ ਲਿਆ ਕਿ ਪਰਮੇਸ਼ਰ ਤੁਹਾਨੂੰ ਉਹਦਾ ਕੰਮ ਦਿੰਦਾ ਵਾ ਤਾਂ ਕਿ ਉਹ ਤੁਹਾਨੂੰ ਅਟਕਾ ਕੇ ਰੱਖ ਸਕੇ, ਲੇਕਿਨ ਬਹੁਤ ਸਾਰੇ ਲੋਕ ਪਰਮੇਸ਼ਰ ਦੇ ਉਸ ਕੰਮ ਨੂੰ ਪੂਰਾ ਹੁਣ ਨਹੀਂ ਦਿੰਦੇ। ਸਾਲੋਂ ਪਹਿਲਾਂ ਪਰਮੇਸ਼ਰ ਮੈਨੂੰ ਬਹੁਤ ਕੰਮ ਦਿੱਤਾ। ਮੈਂ ਕਿਹਾ, ਹੇ ਪ੍ਰਭੂ ਇੰਨਾ ਕੰਮ? ਖੈਰ ਉਹ ਕੰਪਲੇਂਟ ਨਹੀਂ ਕੀ। ਮੈਂ ਕਿਹਾ ਇੰਨਾ ਕੰਮ? ਮੈਂ ਕੰਮ ਸ਼ੁਰੂ ਕੀਤਾ। ਥੋੜੇ ਸਾਲ ਬਾਅਦ ਮੈਂ ਆਪਣੀ ਜ਼ਿੰਦਗੀ ਨੂੰ ਦੇਖਿਆ ਔਰ ਦੂਜਿਆਂ ਦੀ ਜ਼ਿੰਦਗੀ ਨੂੰ ਦੇਖਿਆ ਜੋ ਉਹਨਾਂ ਕੰਮ ਨਹੀਂ ਕਰ ਰਹੇ ਸੀ। ਮੈਂ ਕਿਹਾ, ਪ੍ਰਭੂ ਇਹ ਉਹਨਾਂ ਅੱਗੇ ਕਿਉਂ ਨਹੀਂ ਆਏ? ਉਹਨੇ ਕਿਹਾ, ਮੈਂ ਤੈਨੂੰ ਆਪਣੇ ਨਾਲ ਅਟਕਾ ਕੇ ਰੱਖਿਆ ਤਾਂ ਕਿ ਮੈਂ ਤੇਰੇ ਅੰਦਰ ਆਪਣਾ ਕੰਮ ਕਰ ਪਾਵਾਂ, ਔਰ ਇੱਕ ਹੀ ਤਰੀਕਾ ਸੀਗਾ ਕਿ ਮੈਂ ਤੈਨੂੰ ਆਪਣਾ ਕੰਮ ਦੇ ਸਕਾਂ। ਮੈਂ ਕਿਹਾ, ਵਾਓ ਵਾਓ। ਪਰਮੇਸ਼ਰ ਮੈਨੂੰ ਅਟਕਾ ਕੇ ਰੱਖਿਆ, ਕਿਉਂਕਿ ਅਗਰ ਉਹਨੇ ਮੈਨੂੰ ਆਪਣਾ ਕੰਮ ਨਹੀਂ ਦਿੰਦਾ ਹੁੰਦਾ ਤਾਂ ਸ਼ਾਇਦ ਮੈਂ ਉਹਦਾ ਕੰਮ ਨਹੀਂ ਕਰਦਾ, ਔਰ ਜੋ ਨਿਰੰਤਰਤਾ ਵਾ ਉਹ ਬਣੀ ਨਹੀਂ ਰਹਿੰਦੀ। ਔਰ ਮੈਨੂੰ ਨਹੀਂ ਪਤਾ ਤੁਸੀਂ ਰਪਸੋਡੀ ਪੜ੍ਹਦੇ ਆ ਜਾਂ ਨਹੀਂ ਪੜ੍ਹਦੇ ਆ, ਪਰ ਮੈਂ ਪੜ੍ਹਦਾ ਹੀ ਹਾਂ ਕਿਉਂਕਿ ਮੈਂ ਟਰਾਂਸਲੇਟ ਕਰਦਾ। ਪ੍ਰੇਜ਼ ਦ ਲਾਰਡ। ਮੈਨੂੰ ਨਹੀਂ ਪਤਾ ਤੁਸੀਂ ਪਰਮੇਸ਼ਰ ਦਾ ਵਚਨ ਸੁਣਦੇ ਹੋ ਕਿ ਨਹੀਂ ਸੁਣਦੇ ਹੋ, ਲੇਕਿਨ ਮੈਂ ਸੁਣਦਾ ਵੀ ਹਾਂ ਕਿਉਂਕਿ ਮੈਂ ਹੀ ਉਹਦਾ ਵੌਇਸ ਓਵਰ ਕਰਦਾ। ਮੈਨੂੰ ਇੰਨਾ ਕੰਮ ਹੈ ਕਿ ਵਚਨ ਨਾ ਸੁਣਨਾ ਮੇਰੇ ਵਾਸਤੇ ਸੰਭਵ ਨਹੀਂ ਹੈ। ਕਿਉਂਕਿ ਮੈਂ ਉਹਦਾ ਕੰਮ ਕਰ ਰਿਹਾ, ਮੇਰੇ ਅੰਦਰ ਪਰਮੇਸ਼ਰ ਨੂੰ ਕੰਮ ਕਰਨਾ ਆਸਾਨ ਹੋ ਗਿਆ, ਕਿਉਂਕਿ ਉੱਥੇ ਪਰਮੇਸ਼ਰ ਨੂੰ ਮੇਰੇ ਅੰਦਰ ਕੰਮ ਕਰਨ ਦਾ ਸਮਾਂ ਮਿਲ ਗਿਆ। ਜਦੋਂ ਤੁਸੀਂ ਆਤਮਾ ਵਿੱਚ ਜਿੱਤਣ ਜਾ ਰਹੇ ਹੋ, ਤੁਹਾਨੂੰ ਲੱਗ ਸਕਦਾ ਕਿ ਪਰਮੇਸ਼ਰ ਦਾ ਕੰਮ ਕਰਨ ਜਾ ਰਹੇ ਹੋ, ਜੋ ਕਿ ਵਧੀਆ ਵਾ, ਪਰ ਉਸ ਤੋਂ ਵਧੀਆ ਇਹ ਆ ਕਿ ਉਸ ਸਮੇਂ ਪਰਮੇਸ਼ਰ ਨੂੰ ਵੀ ਟਾਈਮ ਮਿਲਦਾ ਤੁਹਾਡੇ ਅੰਦਰ ਕੰਮ ਕਰਨ ਦਾ। ਜਦੋਂ ਤੁਸੀਂ ਪ੍ਰਾਰਥਨਾ ਕਰ ਰਹੇ ਹੋ, ਤੁਸੀਂ ਉਹਨਾਂ ਚੀਜ਼ਾਂ ਨੂੰ ਬਦਲ ਰਹੇ ਹੋ ਜੋ ਤੁਸੀਂ ਬਦਲਣਾ ਚਾਹੁੰਦੇ ਹੋ, ਪਰ ਉਸ ਸਮੇਂ ਪਰਮੇਸ਼ਰ ਨੂੰ ਟਾਈਮ ਮਿਲ ਰਿਹਾ ਵਾ ਤੁਹਾਡੇ ਅੰਦਰ ਕੰਮ ਕਰਨ ਦਾ। ਜਦੋਂ ਤੁਸੀਂ ਵਚਨ ਪੜ੍ਹ ਰਹੇ ਹੋ, ਪਰਮੇਸ਼ਰ ਨੂੰ ਸਮਾਂ ਮਿਲ ਰਿਹਾ ਵਾ ਤੁਹਾਡੇ ਅੰਦਰ ਕੰਮ ਕਰਨ ਦਾ। ਪਰ ਅਗਰ ਤੁਸੀਂ ਉਹ ਸਮਾਂ ਪ੍ਰਭੂ ਨੂੰ ਨਹੀਂ ਦੋਗੇ ਤਾਂ ਉਹਦਾ ਕੰਮ ਪੂਰਾ ਨਹੀਂ ਹੋਏਗਾ। ਇਹੀ ਕਾਰਨ ਹੈ ਕਿ ਲੋਕ ਜਿੱਦਾਂ ਦੇ ਹੁੰਦੇ ਉੱਦਾਂ ਦੇ ਰਹਿ ਜਾਂਦੇ ਆ। ਪਹਿਲਾਂ ਵੀ ਝੂਠ ਬੋਲਦੇ ਸੀ, ਅੱਜ ਵੀ ਝੂਠ ਬੋਲਦੇ ਆ। ਪਹਿਲਾਂ ਵੀ ਗੁੱਸਾ ਆਉਂਦਾ ਸੀ, ਹੁਣ ਵੀ ਗੁੱਸਾ ਆਉਂਦਾ। ਉਹਨਾਂ ਦੀ ਜ਼ਿੰਦਗੀ ਵਿੱਚ ਕੋਈ ਬਦਲਾਵ ਨਹੀਂ ਆ। ਪਹਿਲਾਂ ਵੀ ਗਲਤੀ ਕਰਦੇ ਸੀ, ਅੱਜ ਵੀ ਗਲਤੀ ਕਰਦੇ ਸੀ। ਕਿਉਂ? ਕਿਉਂਕਿ ਉਹਨਾਂ ਨੇ ਕਦੀ ਵੀ ਪਰਮੇਸ਼ਰ ਨੂੰ ਕੰਮ ਕਰਨ ਦਾ ਮੌਕਾ ਨਹੀਂ ਦਿੱਤਾ। ਉੱਥੇ ਕੋਈ ਨਿਰੰਤਰਤਾ ਨਹੀਂ ਸੀ। ਦੂਜਾ ਮੈਂ ਕੀ ਕਿਹਾ? ਪ੍ਰਭਾਵੀ। ਪ੍ਰਭਾਵੀ ਕੀ ਆ? ਉਹਦੇ ਵਿੱਚ ਦੋ ਪਾਰਟ ਹੈ। ਪਹਿਲਾ ਇਹ ਆ ਕਿ ਤੁਸੀਂ ਪੂਰਾ ਧਿਆਨ ਉਹਦੇ ਉੱਪਰ ਲਗਾਓ। ਜੋ ਤੁਸੀਂ ਵਚਨ ਪੜ੍ਹਦੇ ਹੋ ਪੂਰਾ ਧਿਆਨ ਦਿੰਦੇ ਹੋ, ਜੋ ਤੁਸੀਂ ਪ੍ਰਾਰਥਨਾ ਕਰਦੇ ਹੋ ਪੂਰਾ ਧਿਆਨ ਦਿਓ, ਤਾਂ ਕਿ ਉਹ ਪ੍ਰਭਾਵੀ ਰੂਪ ਨਾਲ ਤੁਹਾਡੇ ਜੀਵਨ 'ਚ ਕੰਮ ਕਰ ਪਾਏ। ਅਗਰ ਤੁਹਾਡਾ ਅੱਧਾ ਧਿਆਨ ਹੈ ਤਾਂ ਉਹਦਾ ਪ੍ਰਭਾਵ ਕੀ ਹੋਏਗਾ? ਅੱਧਾ। ਕਿਹਨੂੰ ਸਮਝ ਆ ਰਿਹਾ? ਪੜ੍ਹਾਈ ਵਿੱਚ ਜਿੰਨਾ ਧਿਆਨ ਦਓਗੇ ਓਨਾ ਹੀ ਪੜ੍ਹਾਈ ਦਾ ਟਾਈਮ ਕੀ ਹੋਏਗਾ? ਪ੍ਰਭਾਵੀ ਹੋ ਜਾਂਦਾ ਨਾ। ਕਿਹਨਾਂ ਨੂੰ ਪਤਾ?
ਤਾਂ ਜਦੋਂ ਤੁਸੀਂ ਪ੍ਰਾਰਥਨਾ ਕਰਦੇ ਹੋ, ਬਹੁਤ ਸਾਰੇ ਲੋਕ ਪ੍ਰਾਰਥਨਾ ਕਰਦੇ ਆ, ਗੈਰ ਭਾਸ਼ਾ ਬੋਲਦੇ ਆ, ਲੇਕਿਨ ਦਿਮਾਗ ਕਿਤੇ ਹੋਰ ਹੈ। ਮੈਂ ਕਹਿੰਦਾ ਤੁਸੀਂ ਪ੍ਰਭਾਵੀ ਰੂਪ ਨਾਲ ਪਰਮੇਸ਼ਰ ਦਾ ਕੰਮ ਨਹੀਂ ਕਰ ਰਹੇ। ਤੁਸੀਂ ਆਰਾਧਨਾ ਕਰ ਰਹੇ ਹੋ, ਮੈਂ ਕਹਿੰਦਾ ਤੁਸੀਂ ਪ੍ਰਭਾਵੀ ਰੂਪ ਨਾਲ ਉਹਦੇ ਅੰਦਰ ਆਪਣੇ ਅੰਦਰ ਕੰਮ ਕਰਨ ਨਹੀਂ ਦੇ ਰਹੇ। ਜੋ ਲੋਕ ਟਾਈਮ 'ਤੇ ਆਉਂਦੇ ਆ, ਜਾਂਦੇ ਆ, ਉਹਨਾਂ ਦੇ ਅੰਦਰ ਪ੍ਰਭੂ ਕੰਮ ਕਰ ਪਾਉਂਦਾ। ਪ੍ਰੇਜ਼ ਦਾ ਲਾਰਡ, ਹਾਲੇਲੂਇਆ, ਹਾਲੇਲੂਇਆ। ਤਾਂ ਜਦੋਂ ਵੀ ਤੁਹਾਨੂੰ ਕੋਈ ਬੁਰਾਈ ਕਰਦਾ ਮਿਲੇ ਤਾਂ ਮੇਰੀ ਚੀਜ਼ਾਂ ਲਿਖ ਲਓ। ਇਹ ਉਹੀ ਲੋਕ ਹੋਣਗੇ, ਨਾ ਚਰਚ ਆਉਂਦੇ ਆ, ਨਾ ਬਾਈਬਲ ਪੜ੍ਹਦੇ ਆ। ਪਰਮੇਸ਼ਰ ਇਹਨਾਂ ਨੂੰ ਕਦੀ ਵੀ ਬਦਲ ਨਹੀਂ ਪਾਉਂਦਾ। ਪਰ ਹਰ ਉਹ ਇਨਸਾਨ ਜੋ ਪਰਮੇਸ਼ਰ ਨੂੰ ਆਪਣੇ ਅੰਦਰ ਕੰਮ ਕਰਨ ਦਿੰਦਾ ਵਾ, ਉਹ ਬੁਰਾਈ ਨਹੀਂ ਕਰਦਾ, ਉਹ ਪਰਮੇਸ਼ਰ ਦਾ ਕੰਮ ਕਰਦਾ, ਕਿਉਂਕਿ ਪਰਮੇਸ਼ਰ ਉਹਨੂੰ ਬਦਲ ਪਾਉਂਦਾ। ਕਿਉਂਕਿ ਧਿਆਨ ਰੱਖੋ, ਬਾਈਬਲ ਦੱਸਦੀ ਆ ਉਹ ਲੋਕ ਜੋ ਅਨਿਆ ਜਾਤੀ ਆ ਪਹਿਲਾਂ ਪਰਮੇਸ਼ਰ ਦਾ ਰਹਿਤ ਸੀ। ਕਿਹਨਾਂ ਨੂੰ ਪਤਾ? ਪਰਮੇਸ਼ਰ ਕਿੱਦਾਂ ਪਰਿਭਾਸ਼ਾ ਦਿੰਦੀ ਆ? ਈਸ਼ਵਰ ਰਹਿਤ। ਤਾਂ ਤੁਹਾਡੀ ਆਤਮਾ ਨੂੰ ਪਹਿਲਾਂ ਪਰਮੇਸ਼ਰ ਨਾਲ ਰਹਿਣਾ ਨਹੀਂ ਹੁੰਦਾ ਸੀ। ਤੁਸੀਂ ਈਸ਼ਵਰ ਤੋਂ ਬਿਨਾਂ ਜੀਂਦੇ ਸੀ ਜਿੰਨੇ ਤੱਕ ਤੁਸੀਂ ਨਵਾਂ ਜਨਮ ਨਹੀਂ ਲਿਆ ਸੀ। ਜਦੋਂ ਤੁਸੀਂ ਨਵਾਂ ਜਨਮ ਲੈ ਲਿਆ, ਹੁਣ ਪਰਮੇਸ਼ਰ ਤੁਹਾਡੇ ਨਾਲ ਰਹਿੰਦਾ ਵਾ ਔਰ ਪਰਮੇਸ਼ਰ ਉੱਥੇ ਕੁਛ ਕਰਨ ਵਾਸਤੇ ਰਹਿ ਰਿਹਾ। ਅਗਰ ਤੁਸੀਂ ਪਰਮੇਸ਼ਰ ਨੂੰ ਉਹ ਕੰਮ ਕਰਨ ਨਹੀਂ ਦੋਗੇ, ਤੁਸੀਂ ਉਦੋਂ ਹੀ ਸੋਚਦੇ ਰਹੋਗੇ ਜਿੱਦਾਂ ਉਹ ਪਹਿਲਾਂ ਸੋਚਦੇ ਸੀਗੇ ਜਦੋਂ ਤੁਸੀਂ ਈਸ਼ਵਰ ਰਹਿਤ ਸੀ। ਪਰਮੇਸ਼ਰ ਤੋਂ ਨਫ਼ਰਤ ਸੀ ਤੁਹਾਨੂੰ, ਪਰਮੇਸ਼ਰ ਦੇ ਕੰਮਾਂ ਤੋਂ ਨਫ਼ਰਤ ਸੀ ਤੁਹਾਨੂੰ। ਅੱਜ ਵੀ ਬਹੁਤ ਸਾਰੇ ਲੋਕਾਂ ਨੂੰ ਪਰਮੇਸ਼ਰ ਦੇ ਕੰਮਾਂ ਤੋਂ ਨਫ਼ਰਤ ਹੈ, ਨਫ਼ਰਤ। ਉਹਨਾਂ ਨੂੰ ਕਹੋ ਰੈਪਸੋਡੀ ਵੰਡੋ, ਅੱਜ ਤੋਂ ਬਾਅਦ ਫੋਨ ਨਹੀਂ ਕਰਨਾ, ਬਕਵਾਸ ਨਹੀਂ ਕਰ ਲੈਂਦੇ। ਸਟਾਫ ਬਣ ਕੇ ਜਦੋਂ ਦੇਖੋ ਫੋਨ ਕਰ ਦਿੰਦੇ ਆ। ਤੁਸੀਂ ਈਸ਼ਵਰ ਰਹਿਤ ਹੋ, ਈਸ਼ਵਰ ਰਹਿਤ। ਔਰ ਤੁਹਾਨੂੰ ਲੱਗ ਰਿਹਾ ਤੁਸੀਂ ਬੁੱਧੀਮਾਨ ਹੋ, ਤੁਸੀਂ ਈਸ਼ਵਰ ਰਹਿਤ ਹੋ। ਗੁੱਸਾ ਆ ਰਿਹਾ ਤੁਹਾਨੂੰ ਪਰਮੇਸ਼ਰ ਦੇ ਕੰਮਾਂ ਨੂੰ ਕਰਨ ਦਾ, ਗੁੱਸਾ। ਈਸ਼ਵਰ ਰਹਿਤ ਪਹਿਲਾਂ ਵੀ ਸੀ, ਹੁਣ ਵੀ ਹੈ ਕਿ ਪਰਮੇਸ਼ਰ ਹੈ ਪਰ ਨਾ ਹੋਣ ਦੇ ਬਰਾਬਰ ਹੈ। ਪ੍ਰੇਜ਼ ਦ ਲਾਰਡ, ਹਾਲੇਲੂਇਆ। ਬੋਲੋ, ਜਿੰਨਾ ਕਰ ਪਏ ਉਹਨਾਂ ਕਰ ਪਾ ਰਹੇ ਆ। ਕਮ ਔਨ। ਪਰਮੇਸ਼ਰ ਨੂੰ ਤੁਸੀਂ ਚਾਹੁੰਦੇ ਹੋ ਉਹ ਤੁਹਾਡੇ ਜੀਵਨ 'ਚ ਵੱਡੇ ਵੱਡੇ ਕੰਮ ਕਰੇ। ਜਿੰਨਾ ਕਰ ਸਕੇ ਉਹਨਾਂ ਕਰੋ, ਜਿੰਨਾ ਉਹ ਕਰ ਸਕਦੇ ਉਹਨਾਂ ਕਰੇਗਾ ਕਿ ਵੱਡੇ ਵੱਡੇ ਕੰਮ ਕਰੇਗਾ। ਔਰ ਤੁਸੀਂ ਕੀ ਚਾਹੁੰਦੇ ਹੋ? ਉਨਾ ਹੀ ਕਰੋ ਜਿੰਨਾ ਤੁਸੀਂ ਚਾਹੁੰਦੇ ਹੋ। ਬਕਵਾਸ ਨਹੀਂ ਕਰ ਰਹੇ ਤੁਸੀਂ ਵਫਾਦਾਰ ਹੋ। ਕੀ ਵਫਾਦਾਰੀ ਆ? ਉਹ ਚਾਹੁੰਦੇ ਆ ਪਰਮੇਸ਼ਰ ਦੀ ਵੱਡੀਆਂ ਗਵਾਹੀਆਂ ਉਹਨੇ ਜ਼ਿੰਦਗੀ 'ਚ ਹੋਣ, ਪਰ ਉਹ ਘੱਟ ਤੋਂ ਘੱਟ ਚਰਚ ਵਿੱਚ ਜਾਣ। ਮੈਂ ਚਾਹੁੰਦਾ ਤੁਸੀਂ ਹੋਰ ਜ਼ਿਆਦਾ ਪਰਮੇਸ਼ਰ ਦਾ ਕੰਮ ਕਰੋ। ਪ੍ਰੇਜ਼ ਦ ਲਾਰਡ। ਕਿਉਂਕਿ ਜਦੋਂ ਮੈਂ ਜ਼ਿਆਦਾ ਪਰਮੇਸ਼ਰ ਦਾ ਕੰਮ ਕਰ ਪਾਉਂਦਾ, ਮੇਰੀ ਗਵਾਹੀ ਇਹ ਆ ਕਿ ਪਰਮੇਸ਼ਰ ਮੇਰੇ ਅੰਦਰ ਜ਼ਿਆਦਾ ਕੰਮ ਕਰ ਪਾਉਂਦਾ। ਹਾਲੇਲੂਇਆ। ਕਿਉਂਕਿ ਜਿੰਨਾ ਉਹ ਮੇਰੇ ਅੰਦਰ ਕੰਮ ਕਰੇਗਾ, ਓਨਾ ਹੀ ਮੈਂ ਉਹਦਾ ਕੰਮ ਜ਼ਿਆਦਾ ਕੰਮ ਕਰ ਪਾਊਂਗਾ। ਤਾਂ ਜਦੋਂ ਕੋਈ ਕਹਿੰਦਾ ਵਾ ਮੈਂ ਪਰਮੇਸ਼ਰ ਦਾ ਕੰਮ ਨਹੀਂ ਕਰ ਪਾ ਰਿਹਾ, ਮੈਨੂੰ ਕੀ ਦਿਖਾਈ ਦੇ ਰਿਹਾ? ਪਰਮੇਸ਼ਰ ਇਹਦੇ ਅੰਦਰ ਕੁਛ ਨਹੀਂ ਕਰ ਰਿਹਾ। ਗੱਲ ਇਹ ਨਹੀਂ ਆ ਕਿ ਤੁਹਾਡੇ ਕੋਲ ਟਾਈਮ ਨਹੀਂ ਆ। ਗੱਲ ਇਹ ਆ ਕਿ ਤੁਹਾਡੇ ਵਾਸਤੇ ਪਰਮੇਸ਼ਰ ਨੂੰ ਤੁਸੀਂ ਆਪਣੇ ਆਪ ਨੂੰ ਕੰਮ ਕਰਨ ਦਾ ਮੌਕਾ ਨਹੀਂ ਦਿੱਤਾ। ਅਗਰ ਤੁਸੀਂ ਪਰਮੇਸ਼ਰ ਨੂੰ ਆਪਣੇ ਅੰਦਰ ਕੰਮ ਕਰਨ ਦਾ ਮੌਕਾ ਦਿੰਦੇ ਆ, ਇਹ ਜੇ ਤੁਸੀਂ ਟਾਈਮ ਦਾ ਬਹਾਨਾ ਬਣਾ ਰਹੇ ਹੋ, ਇਹਦਾ ਕੋਈ ਮੈਟਰ ਨਹੀਂ ਆ। ਪੜ੍ਹਾਈ ਦਾ ਬਹਾਨਾ ਨਹੀਂ ਹੋਏਗਾ, ਬੱਚਿਆਂ ਦਾ ਬਹਾਨਾ ਨਹੀਂ ਹੋਏਗਾ, ਨੌਕਰੀ ਦਾ ਬਹਾਨਾ ਨਹੀਂ ਹੁੰਦਾ, ਬਿਜ਼ਨਸ ਦਾ ਬਹਾਨਾ ਨਹੀਂ ਹੁੰਦਾ, ਸਮਾਜ ਦਾ ਬਹਾਨਾ ਨਹੀਂ ਹੁੰਦਾ। ਇਹ ਸਾਰੇ ਬਹਾਨੇ ਤੁਹਾਡੇ ਕੋਲ ਨਹੀਂ ਹੁੰਦੇ, ਕਿਉਂਕਿ ਪਰਮੇਸ਼ਰ ਤੁਹਾਡੇ ਅੰਦਰ ਕੰਮ ਕਰ ਰਿਹਾ ਹੁੰਦਾ। ਔਰ ਜਿੰਨਾ ਤੁਹਾਡੇ ਅੰਦਰ ਕੰਮ ਕਰ ਰਿਹਾ ਹੋਏਗਾ, ਓਨਾ ਹੀ ਤੁਹਾਡੀ ਸਕਸ਼ਮਤਾ ਕੀ ਹੁੰਦੀ ਜਾਏਗੀ? ਵੱਧਦੀ ਜਾਂਦੀ ਹੈ। ਪ੍ਰੇਜ਼ ਦ ਲਾਰਡ। ਤੁਸੀਂ ਅੱਜ ਇਹ ਕੰਮ ਕਰਕੇ ਉਹਨੇ 10 ਆਦਮਾਂ ਜਿੱਤ ਕੇ ਉਹਨੇ, ਜਦੋਂ ਤੁਸੀਂ 10 ਆਦਮਾਂ ਜਿੱਤ ਰਹੇ ਸੀ ਤਾਂ ਪਰਮੇਸ਼ਰ ਤੁਹਾਡੇ ਅੰਦਰ ਕੰਮ ਕਰ ਰਿਹਾ ਸੀ। ਅਗਲੇ ਦਿਨ ਤੁਸੀਂ ਕਿੰਨੀ ਆਦਮਾਂ ਜਿੱਤੋਗੇ? 15। ਕਿਉਂਕਿ ਜੋ ਪਰਸੋਂ ਤੱਕ ਪਰਮੇਸ਼ਰ ਨੇ ਕੰਮ ਕੀਤਾ ਸੀਗਾ, ਉਹਨੇ ਨਾਲ ਕਿੰਨੀ ਆਤਮਾ ਜਿੱਤੀਆਂ? 10। ਔਰ ਜਦੋਂ ਤੁਸੀਂ 10 ਆਤਮਾ ਜਿੱਤ ਰਹੇ ਸੀ, ਉਸ ਸਮੇਂ ਪਰਮੇਸ਼ਰ ਤੁਹਾਡੇ ਅੰਦਰ ਕੀ ਕੰਮ ਕਰ ਰਿਹਾ ਸੀ? ਕੰਮ। ਔਰ ਅੱਜ ਜੋ ਪਰਮੇਸ਼ਰ ਦੀ ਯੋਗਤਾ ਤੁਹਾਡੇ ਅੰਦਰ ਹੈ, ਉਹ ਪਰਸੋਂ ਤੋਂ 10 ਆਤਮਾਵਾਂ ਤੋਂ ਜ਼ਿਆਦਾ ਸੀ। ਕਿਹਨਾਂ ਨੂੰ ਸਮਝ ਆ ਰਿਹਾ? ਮੈਥਮੈਟਿਕਸ ਸਮਝ ਆ ਰਿਹਾ ਨਾ? ਪਰਸੋਂ ਤੋਂ ਕੰਮ ਦੇ ਨਾਲੋਂ ਤੁਸੀਂ ਜਿੰਨੇ ਜਿੱਤੀਆਂ 10, ਔਰ ਜਦੋਂ ਤੁਸੀਂ 10 ਆਤਮਾ ਜਿੱਤੀਆਂ, ਪਰਮੇਸ਼ਰ ਤੁਹਾਡੇ ਅੰਦਰ ਕੰਮ ਕੀਤਾ। ਅੱਜ ਤੁਹਾਡੇ ਅੰਦਰ ਕਿਹੜੀ ਯੋਗਤਾ ਵਾ? ਪਰਸੋਂ ਵਾਲੀ ਕਿ ਨਵੀਂ? ਬਹੁਤਿਆਂ ਨੂੰ ਨਹੀਂ ਪਤਾ। ਇਹੀ ਕਾਰਨ ਹੈ ਕਿ ਜੋ ਕੰਮ ਕਰਦੇ ਆ ਉਹ ਹੋਰ ਜ਼ਿਆਦਾ ਕੰਮ ਕਰ ਪਾਉਂਦੇ ਆ, ਜੋ ਕੰਮ ਨਹੀਂ ਕਰ ਪਾਉਂਦੇ ਉਹ ਹੋਰ ਕੋਈ ਕੰਮ ਨਹੀਂ ਕਰ ਪਾਉਂਦੇ। ਦੇਖਿਆ ਕਦੀ? ਜਿਨ੍ਹਾਂ ਨਾਲ ਗਵਾਹੀਆਂ ਹੁੰਦੀਆਂ ਉਹਨਾਂ ਨਾਲ ਹਮੇਸ਼ਾ ਗਵਾਹੀ ਹੁੰਦੀ ਆ, ਜਿਨ੍ਹਾਂ ਦੇ ਕੋਲ ਨਹੀਂ ਹੁੰਦੀ ਉਹਨਾਂ ਦੇ ਕੋਲ ਨਹੀਂ ਹੁੰਦੀ। ਔਰ ਇੱਦਾਂ ਲੱਗਦਾ
ਪਰਮੇਸ਼ਰ ਹੀ ਕੇਵਲ ਉਹਨਾਂ ਨਾਲ ਕੰਮ ਕਰ ਰਿਹਾ। ਸੱਚਮੁੱਚ ਮੈਂ ਤੁਹਾਨੂੰ ਕੀ ਦੱਸ ਰਿਹਾ, ਉਹਦੇ ਪਿੱਛੇ ਦਾ ਵਿਗਿਆਨ, ਆਤਮਿਕ ਵਿਗਿਆਨ। ਜਦੋਂ ਮੈਂ ਕੰਮ ਕਰ ਰਿਹਾ ਵਾ ਤਾਂ ਮੈਂ ਕੀ ਕੰਮ ਕਰ ਰਿਹਾ? ਮੈਂ ਹੋਰ ਜ਼ਿਆਦਾ ਕੰਮ ਕਰ ਰਿਹਾ। ਮੈਂ ਹੋਰ ਜ਼ਿਆਦਾ ਕੰਮ ਕਰੂੰਗਾ। ਪਰਮੇਸ਼ਰ ਕੀ ਕਰੇਗਾ? ਪਰਮੇਸ਼ਰ ਨੂੰ ਮੌਕਾ ਮਿਲੇਗਾ ਮੇਰੇ ਅੰਦਰ ਕੰਮ ਕਰਨ ਦਾ। ਅਗਲੇ ਦਿਨ ਮੈਂ ਕੀ ਕਰ ਪਾਊਂਗਾ? ਹੋਰ ਜ਼ਿਆਦਾ ਕੰਮ। ਅਗਲੇ ਦਿਨ ਹੋਰ ਜ਼ਿਆਦਾ ਕੰਮ। ਕਿਉਂਕਿ ਹਰ ਵਾਰ ਜਦੋਂ ਮੈਂ ਪਰਮੇਸ਼ਰ ਦਾ ਕੰਮ ਕਰੂੰਗਾ, ਸੱਚਾਈ ਦੇ ਵਿੱਚ ਪਰਮੇਸ਼ਰ ਮੇਰੇ ਅੰਦਰ ਕੰਮ ਕਰ ਰਿਹਾ ਸੀ। ਹਾਲੇਲੂਇਆ। ਸਮਝ ਲਓ ਇਹਨਾਂ ਚੀਜ਼ਾਂ ਨੂੰ। ਤੇ ਜਦੋਂ ਤੁਸੀਂ ਪਰਮੇਸ਼ਰ ਦਾ ਕੰਮ ਤੁਹਾਨੂੰ ਮਿਲੇ, ਲਪਕ ਕੇ ਲੈ ਲਓ। ਇਨਫੈਕਟ ਨਾ ਦਿਆ ਜਾਏ ਤਾਂ ਪੁੱਛੋ ਭਾਈ, ਕੰਮ ਨਹੀਂ ਦੇ ਰਹੇ ਅੱਜ ਕੱਲ੍ਹ। ਕਿਉਂਕਿ ਅਗਰ ਤੁਸੀਂ ਕੰਮ ਨਹੀਂ ਮੰਗ ਰਹੇ ਹੋ, ਤੁਸੀਂ ਛੋਟੇ ਹੁੰਦੇ ਜਾ ਰਹੇ ਹੋ। ਤੁਹਾਨੂੰ ਸ਼ਾਇਦ ਪਤਾ ਵੀ ਨਹੀਂ ਹੈ। ਜੋ ਕੰਮ ਕਰ ਰਹੇ ਆ ਉਹ ਵੱਡੇ ਹੁੰਦੇ ਜਾਂਦੇ ਆ, ਜੋ ਨਹੀਂ ਕਰ ਰਹੇ ਉਹ ਛੋਟੇ ਹੁੰਦੇ ਜਾਂਦੇ ਆ। ਕਿਉਂਕਿ ਪਰਮੇਸ਼ਰ ਨੂੰ ਉਹਨਾਂ ਦੇ ਅੰਦਰ ਕੰਮ ਕਰਨ ਦਾ ਮੌਕਾ ਨਹੀਂ ਮਿਲਦਾ। ਉਹਨਾਂ ਦਾ ਜੀਵਨ ਇੱਕ ਹੋਰ ਵੱਡਾ ਸੰਘਰਸ਼ ਹੁੰਦਾ ਜਾਂਦਾ ਵਾ। ਉਹਨਾਂ ਦੇ ਜੀਵਨ 'ਚ ਚੁਣੌਤੀਆਂ ਵੱਧਦੀਆਂ ਜਾਂਦੀਆਂ। ਮੈਂ ਦੇਖਿਆ ਜਦੋਂ ਵੀ, ਨਾਮ ਨਹੀਂ ਲਊਂਗਾ, ਜਦੋਂ ਵੀ ਪਰਮੇਸ਼ਰ ਦਾ ਕੰਮ ਨੂੰ ਮਨਾ ਕਰਦੇ ਆ, ਉਹਨਾਂ ਦੇ ਜੀਵਨ 'ਚ ਚੁਣੌਤੀਆਂ ਸ਼ੁਰੂ ਹੋ ਜਾਂਦੀਆਂ ਵਾ। ਕਿਉਂਕਿ ਜਦੋਂ ਤੁਸੀਂ ਪਰਮੇਸ਼ਰ ਨੂੰ ਕੰਮ ਕਰਨ ਦਾ ਮੌਕਾ ਨਹੀਂ ਦਿੱਤਾ ਤਾਂ ਤੁਸੀਂ ਸ਼ੈਤਾਨ ਨੂੰ ਮੌਕਾ ਦਿੱਤਾ। ਹੁਣ ਤੁਹਾਡੇ ਜੀਵਨ 'ਚ ਸ਼ੈਤਾਨ ਕੰਮ ਕਰੇਗਾ, ਜਾਂ ਪਰਮੇਸ਼ਰ ਕੰਮ ਕਰੇਗਾ ਜਾਂ ਸ਼ੈਤਾਨ ਕੰਮ ਕਰੇਗਾ। ਪੜੋਸੀ ਨੂੰ ਬੋਲੋ, ਜਾਂ ਪਰਮੇਸ਼ਰ ਕੰਮ ਕਰੇਗਾ ਜਾਂ ਸ਼ੈਤਾਨ ਕੰਮ ਕਰੇਗਾ। ਮੈਨੂੰ ਪਤਾ ਉਹ ਲੋਕ ਜੋ ਪਰਮੇਸ਼ਰ ਦੇ ਕੰਮ ਨੂੰ ਮਨਾ ਕਰਦੇ ਆ, ਉਹਨਾਂ ਦੀ ਜ਼ਿੰਦਗੀ ਵਿੱਚ ਮਾਰਕ ਲਗਾ ਦਿੰਦਾ। ਮੈਨੂੰ ਪਤਾ ਹੁਣ ਉਹਨਾਂ ਦੀ ਜ਼ਿੰਦਗੀ ਕਿੱਥੇ ਜਾ ਰਹੀ ਆ। ਆਪਣੀ ਜ਼ਿੰਦਗੀ ਜਾਂਚ ਲਓ, ਤੁਹਾਨੂੰ ਆਪਣੀ ਜ਼ਿੰਦਗੀ ਦਾ ਪੈਟਰਨ ਸਮਝ ਆ ਜਾਏਗਾ। ਤੁਹਾਡੀ ਜ਼ਿੰਦਗੀ ਛੋਟੀ ਹੋ ਰਹੀ ਹੈ ਕਿ ਵੱਡੀ ਹੋ ਰਹੀ ਆ, ਜੋ ਮੈਂ ਤੁਹਾਨੂੰ ਦੱਸਿਆ। ਕਿਉਂਕਿ ਮੈਂ ਪਰਮੇਸ਼ਰ ਨੂੰ ਜਾਣਦਾ। ਜਦੋਂ ਤੁਸੀਂ ਪਰਮੇਸ਼ਰ ਦਾ ਕੰਮ ਨਾ ਕਰੋਗੇ, ਸ਼ੈਤਾਨ ਕੀ ਕਰੇਗਾ? ਸ਼ੈਤਾਨ ਆ ਜਾਏਗਾ। ਤੁਸੀਂ ਕੰਮ ਨਹੀਂ ਕੀਤਾ ਨਾ, ਹੁਣ ਮੈਂ ਆਉਣਾ। ਦੇਖ ਲਓ, ਤੁਹਾਡੇ ਦਿਮਾਗ 'ਚ ਘਟੀਆ ਵਿਚਾਰ ਆਉਣਗੇ, ਉਲਟੀ ਸਿੱਧੀ ਹਰਕਤਾਂ ਤੁਸੀਂ ਕਰੋਗੇ। ਕਿਉਂਕਿ ਹੁਣ ਪਰਮੇਸ਼ਰ ਦਾ ਕੰਮ ਨਹੀਂ ਕਰ ਰਹੇ। ਪ੍ਰੇਜ਼ ਦ ਲਾਰਡ। ਹਾਲੇਲੂਇਆ। ਹੈ ਕੀ ਇੱਥੇ? ਔਰ ਸ਼ੈਤਾਨ ਨੂੰ ਪਤਾ। ਸ਼ੈਤਾਨ ਨੂੰ ਪਤਾ ਯਿਸੂ ਮਸੀਹ ਆਉਣ ਵਾਲਾ। ਨਹੀਂ ਪਤਾ? ਉਹਨੇ 2 ਸਾਲ ਦੇ ਸਾਰੇ ਬੱਚੇ ਮਰਵਾਤੇ। ਤਾਂ ਉਹਨੂੰ ਪਤਾ ਕਦੋਂ ਤੁਹਾਡੇ ਜੀਵਨ 'ਚ ਪਰਮੇਸ਼ਰ ਕੰਮ ਕਰਨਾ ਸ਼ੁਰੂ ਕਰਦਾ। ਉਹ ਦੇਖ ਰਿਹਾ ਵਾ। ਉਹ ਬੇਵਕੂਫ ਨਹੀਂ ਹੈ, ਧਿਆਨ ਰੱਖੋ। ਉਹ ਬਾਈਬਲ ਜਾਣਦਾ, ਉਹ ਪਰਮੇਸ਼ਰ ਨੂੰ ਸਮਝਦਾ ਵਾ। ਤੇ ਜਦੋਂ ਤੁਹਾਡੇ ਅੰਦਰ ਫੋਨ ਆਉਂਦਾ ਵਾ, ਸੈਲੇਟਰ ਬਣ ਜਾਓ। ਸ਼ੈਤਾਨ ਨੂੰ ਪਤਾ ਹੁਣ ਮਨਾ ਕਰ ਦੂੰਗਾ, ਹੁਣ ਮੈਂ ਜਾਊਂਗਾ ਇਹਦੇ ਜੀਵਨ 'ਚ। ਉਹਨੂੰ ਪਤਾ ਅਗਰ ਤੁਸੀਂ ਉਹਦਾ ਕੰਮ ਨਹੀਂ ਕਰ ਰਹੇ ਤਾਂ ਉਹਨੂੰ ਪਤਾ ਪਰਮੇਸ਼ਰ ਤੁਹਾਡੇ ਅੰਦਰ ਕੰਮ ਨਹੀਂ ਕਰ ਰਿਹਾ। ਕਿਰਨ ਸਮਝ ਆ ਰਿਹਾ? ਸਮਝਾਵਾ ਹੈ। ਫਿਰ ਜੋ ਤੁਸੀਂ ਪਰਮੇਸ਼ਰ ਦਾ ਕੰਮ ਨਹੀਂ ਕਰਦੇ, ਪਰਮੇਸ਼ਰ ਨੂੰ ਕੀ ਪਤਾ ਵਾ ਕਿ ਪਰਮੇਸ਼ਰ ਤੁਹਾਡੇ ਅੰਦਰ ਕੰਮ ਨਹੀਂ ਕਰ ਰਿਹਾ। ਉਹਨੂੰ ਪਤਾ ਵਾ ਪਰਮੇਸ਼ਰ ਕੰਮ ਨਹੀਂ ਕਰ ਰਿਹਾ। ਉਹਦੇ ਕੋਲ ਪੂਰਾ ਮੌਕਾ ਵਾ। ਉਹਨੂੰ ਹਿੰਮਤ ਆ ਜਾਂਦੀ ਆ। ਹੱਸ ਲਓ, ਹਾਂ। ਕਿੰਨੇ ਲੋਕ ਹੱਸ ਸਕਦੇ? ਕਿੰਨਿਆਂ ਨੇ ਰਹੱਸ ਸੁਲਝੇ ਜ਼ਿੰਦਗੀ ਦੇ? ਸੁਲਝਿਆ ਨਾ ਜ਼ਿੰਦਗੀ ਦੇ ਰਹੱਸ? ਮੈਂ ਤੁਹਾਡੇ ਰਹੱਸ ਸੁਲਝਾ ਰਿਹਾ। ਉਹ ਸਾਨੂੰ ਨਹੀਂ ਪਤਾ ਸਾਡੇ ਅੰਦਰ ਸਾਡੇ ਕੀ ਹੋ ਰਿਹਾ। ਅੱਜ ਤਾਂ ਪਤਾ ਲੱਗ ਗਿਆ ਨਾ। ਜਦੋਂ ਤੁਸੀਂ ਪਰਮੇਸ਼ਰ ਦਾ ਕੰਮ ਮਨਾ ਕਰੋਗੇ, ਸ਼ੈਤਾਨ ਆਏਗਾ। ਕਿਉਂਕਿ ਇਹਨੂੰ ਪਤਾ ਵਾ ਅਗਰ ਤੁਸੀਂ ਕੰਮ ਨਹੀਂ ਕਰੋਗੇ ਤਾਂ ਪਰਮੇਸ਼ਰ ਤੁਹਾਡੇ ਅੰਦਰ ਕੰਮ ਨਹੀਂ ਕਰੇਗਾ। ਉਹਦੇ ਕੋਲ ਪੂਰਾ ਅਧਿਕਾਰ ਹੈ, ਮੌਕਾ ਵਾ। ਹੈਲੋ। ਤੁਸੀਂ ਗਲਤ ਆਦਮੀ ਸ਼ਾਦੀ ਕਰ ਲਓ, ਗਲਤ ਨੌਕਰੀ ਵਿੱਚ ਚਲੇ ਜਾਓ, ਤੁਸੀਂ ਗਲਤ ਹੀ ਕਦਮ ਚੁੱਕੋਗੇ। ਅਗਰ ਤੁਹਾਨੂੰ ਲੱਗੇਗਾ ਤੁਸੀਂ ਬਿਲਕੁਲ ਸਹੀ ਕਦਮ ਚੁੱਕਿਆ, ਤੁਹਾਨੂੰ ਲੱਗੇਗਾ ਬਿਲਕੁਲ ਸਹੀ ਕੀਤਾ, ਮੈਂ ਬਿਲਕੁਲ ਸਹੀ ਕੀਤਾ, ਸ਼ੈਤਾਨ ਦੇ ਹਿਸਾਬ ਨਾਲ ਬਿਲਕੁਲ ਸਹੀ ਆ। ਬੋਲੋ, ਪਰਮੇਸ਼ਰ ਤੁਹਾਡੇ ਅੰਦਰ ਕੰਮ ਕਰਨਾ ਚਾਹੁੰਦਾ। ਕਿਹਨਾਂ ਨੂੰ ਸਮਝ ਆ ਰਿਹਾ? ਤਾਂ ਜਦੋਂ ਤੁਸੀਂ ਚਰਚ ਦਾ ਕੰਮ ਛੱਡ ਕੇ ਵਿਆਹ ਸ਼ਾਦੀ ਵਿੱਚ ਚਲੇ ਗਏ, ਹੁਣ ਸ਼ਾਦੀ ਦਾ ਲਫੜਾ ਜ਼ਿੰਦਗੀ ਭਰ ਝੇਲੋ। ਤੁਹਾਨੂੰ ਨਹੀਂ ਪਤਾ, ਤੁਸੀਂ ਉੱਥੇ ਇੱਦਾਂ ਦੀ ਹਰਕਤਾਂ ਕਰੋਗੇ, ਤੁਹਾਨੂੰ ਵੀ ਨਹੀਂ ਸਮਝ ਆ ਕਿ ਤੁਸੀਂ ਕੀ ਕਰ ਸਕਦੇ, ਕੀ ਕਰਦੇ ਪਏ ਆ। ਜਦੋਂ ਤੁਸੀਂ ਚਰਚ ਛੱਡ ਕੇ ਚਲ ਗਏ ਨੌਕਰੀ 'ਤੇ, ਉਸ ਦਿਨ ਜੇ ਤੁਸੀਂ ਕਰੋਗੇ ਤੁਹਾਨੂੰ ਘਾਟੇ ਵਿੱਚ ਲੈ ਕੇ ਜਾਏਗਾ। ਅਗਰ ਤੁਸੀਂ ਸੱਚ ਨੂੰ ਜਾਣ ਚੁੱਕੇ ਆ ਤਾਂ ਵਧੀਆ ਵਾ, ਨਹੀਂ ਜਾਣ ਚੁੱਕੇ ਆ ਤਾਂ ਮੈਂ ਤੁਹਾਨੂੰ ਆਪਣੇ ਅਨੁਭਵ ਨਾਲ ਦੱਸ ਰਿਹਾ। ਜਦੋਂ ਤੁਸੀਂ ਪਰਮੇਸ਼ਰ ਦਾ ਕੰਮ ਸਾਈਡ 'ਤੇ ਰੱਖ ਕੇ ਆਪਣਾ ਕੰਮ ਕਰੋਗੇ, ਉਸ ਕੰਮ ਵਿੱਚ ਤੁਸੀਂ ਇੱਦਾਂ ਦੀਆਂ ਗਲਤੀਆਂ ਕਰੋਗੇ, ਇਨਫੈਕਟ ਪਰਮੇਸ਼ਰ ਦਾ ਤੁਸੀਂ ਉਸ ਕੰਮ ਨੂੰ ਕੱਟੋਗੇ।
ਹੁਣ ਉਹਦੇ ਕੰਮ ਵਿੱਚ ਪਰਮੇਸ਼ਰ ਕਦੀ ਵੀ ਤੁਹਾਡੀ ਮਦਦ ਨਹੀਂ ਕਰੇਗਾ, ਸਹਾਇਤਾ ਨਹੀਂ ਕਰੇਗਾ। ਪ੍ਰੇਜ਼ ਦ ਲਾਰਡ, ਹਾਲੇਲੂਇਆ। ਕਿੰਨੇ ਲੋਕ ਹੈ ਤਾਂ ਮੈਂ ਬਹੁਤ ਬੁੱਧੀਮਾਨ ਹੋ ਚੁੱਕੇ ਨੇ ਚੀਜ਼ਾਂ ਵਾਸਤੇ, ਉਹਨਾਂ ਗਲਤੀਆਂ ਨੂੰ ਕਰ ਕਰਕੇ ਹੁਣ ਨਹੀਂ ਕਰਦਾ। ਪ੍ਰੇਜ਼ ਦ ਲਾਰਡ। ਤੇ ਤੁਸੀਂ ਨਾ ਕਰੋ। ਅਸੀਂ ਸੈਲੇਟਰ ਨਹੀਂ ਆ ਤਾਂ ਤੁਸੀਂ ਕੀ ਹੋ? ਤੁਸੀਂ ਬੇਕਾਰ ਹੋ। ਤੁਸੀਂ ਆਤਮਾ ਜਿੱਤ ਨਹੀਂ ਜਾਓਗੇ, ਅਸੀਂ ਫੋਲੋ ਅਪ ਨਹੀਂ ਕਰਾਂਗੇ, ਅਸੀਂ ਫੋਨ ਨਹੀਂ ਕਰ ਪਾਉਂਗੇ, ਤੇ ਤੁਸੀਂ ਬੇਕਾਰ ਹੋ। ਤੁਸੀਂ ਕਿਸੇ ਕੰਮ ਦੇ ਨਹੀਂ। ਤੁਹਾਨੂੰ ਲੱਗ ਸਕਦਾ ਤੁਸੀਂ ਕੰਮ ਦੇ ਹੋ, ਲੇਕਿਨ ਪਰਮੇਸ਼ਰ ਦੇ ਹਿਸਾਬ ਨਾਲ ਤੁਸੀਂ ਕੀ ਆ? ਬੇਕਾਰ ਹੋ। ਜੋ ਪਰਮੇਸ਼ਰ ਦੇ ਕੰਮ ਦਾ ਨਹੀਂ ਆ, ਉਹ ਕੀ ਆ? ਤੁਹਾਡੇ ਮੂੰਹ 'ਚ ਸੁਣਨਾ ਚਾਹੁੰਦਾ। ਹੈਲੋ। ਜੋ ਦੋਸਤ ਤੁਹਾਡੇ ਕੰਮ ਦਾ ਕੰਮ ਨਹੀਂ ਹੁੰਦਾ, ਉਹਨੂੰ ਤੁਸੀਂ ਕੀ ਕਹਿੰਦੇ ਆ? ਮੈਂ ਪੁੱਛ ਰਿਹਾ ਤੁਹਾਨੂੰ, ਕੋਈ ਜਵਾਬ ਨਹੀਂ ਦੇ ਰਿਹਾ। ਫਿਰ ਤੋਂ ਪੁੱਛ ਰਿਹਾ, ਜੋ ਦੋਸਤ ਤੁਹਾਡੇ ਕੰਮ ਨਹੀਂ ਆ ਰਿਹਾ, ਉਹਨੂੰ ਤੁਸੀਂ ਕੀ ਕਹਿੰਦੇ ਹੋ? ਤੇ ਜੋ ਪਰਮੇਸ਼ਰ ਦੇ ਕੰਮ ਨਹੀਂ ਆ ਰਿਹਾ, ਉਹ ਕੀ ਹੋ ਗਿਆ? ਉਹ ਬੇਕਾਰ ਆਦਮੀ, ਬੇਕਾਰ ਆਦਮੀ। ਤੁਹਾਡੀ ਜ਼ਿੰਦਗੀ ਵਿੱਚ ਇੰਨੀ ਜੰਗ ਲੱਗੂਗੀ ਕਿ ਤੁਹਾਡੇ ਕੋਲ ਨਹੀਂ ਛੁੱਟੇਗੀ। ਜੋ ਪਰਮੇਸ਼ਰ ਦਾ ਕੰਮ ਕਰਦੇ ਆ, ਸਾਰੇ ਕੰਮ ਕਿੱਥੇ ਰੱਖ ਲਓ? ਸਾਈਡ 'ਤੇ। ਕਿਉਂਕਿ ਇਹ ਸਮਾਂ ਵਾ ਜਦੋਂ ਪਰਮੇਸ਼ਰ ਤੁਹਾਡੇ ਅੰਦਰ ਕੰਮ ਕਰਨਾ ਚਾਹੁੰਦਾ ਵਾ। ਪ੍ਰੇਜ਼ ਦ ਲਾਰਡ। ਤੁਹਾਨੂੰ ਲੱਗ ਰਿਹਾ ਉਹ ਤੁਹਾਡੇ ਕੋਲ ਕੰਮ ਕਰਾਉਣਾ ਚਾਹੁੰਦਾ ਵਾ? ਅੱਜ ਤੋਂ ਲੱਗ ਸੋਚੋ, ਇਹ ਪਰਮੇਸ਼ਰ ਹੈ ਜੋ ਮੇਰੇ ਅੰਦਰ ਕੰਮ ਕਰਨਾ ਚਾਹੁੰਦਾ ਵਾ। ਕਿਉਂਕਿ ਉਹ ਅੰਦਰ ਤੁਹਾਡੇ ਅੰਦਰ ਉਦੋਂ ਕੰਮ ਕਰਨਾ ਪਵੇਗਾ, ਕਰਨਾ ਚਾਹੇਗਾ ਜਦੋਂ ਤੁਹਾਡਾ ਧਿਆਨ ਹੋਵੇਗਾ। ਔਰ ਉਹਨੂੰ ਤੁਹਾਡਾ ਪੂਰਾ ਧਿਆਨ ਉਦੋਂ ਮਿਲੇਗਾ ਜਦੋਂ ਤੁਸੀਂ ਪੂਰਾ ਧਿਆਨ ਉਹਦੇ ਕੰਮ 'ਤੇ ਲਗਾਓਗੇ। ਜਦੋਂ ਤੁਸੀਂ ਆਪਣਾ ਕੰਮ ਕਰ ਰਹੇ ਹੋ, ਕੀ ਪਰਮੇਸ਼ਰ ਨੂੰ ਤੁਸੀਂ ਪੂਰਾ ਧਿਆਨ ਦੇ ਪਾਓਗੇ? ਮੈਂ ਪੁੱਛ ਰਿਹਾ, ਕੀ ਸੰਭਾਵਨਾ ਹੈ? ਹੈਲੋ। ਕੋਈ ਸੰਭਾਵਨਾ ਨਹੀਂ। ਹਾਂ, ਇਹ ਗੱਲ ਅਲੱਗ ਹੈ ਕਿ ਤੁਸੀਂ ਪਰਮੇਸ਼ਰ ਦਾ ਕੰਮ ਕਰਨ ਲੱਗੇ ਪੂਰਾ ਧਿਆਨ ਦਿਓ, ਪਰ ਆਪਣਾ ਕੰਮ ਕਰਨ ਲੱਗੇ ਤੁਸੀਂ ਪਰਮੇਸ਼ਰ ਵੱਲ ਪੂਰਾ ਧਿਆਨ ਨਹੀਂ ਦੇ ਪਾਓਗੇ। ਇਹ ਗੱਲ 100% ਸਹੀ ਹੈ। ਔਰ ਪਰਮੇਸ਼ਰ ਤੁਹਾਡੇ ਅੰਦਰ ਕਿੱਦਾਂ ਕੰਮ ਕਰਨਾ ਚਾਹੁੰਦਾ? ਪ੍ਰਭਾਵੀ ਰੂਪ ਨਾਲ। ਪ੍ਰਭਾਵੀ। ਤਾਂ ਤੁਹਾਨੂੰ ਸਭ ਚੀਜ਼ਾਂ ਦਾ ਦਿਮਾਗ ਹਟਾ ਕੇ ਕਿੱਥੇ ਧਿਆਨ ਦੇਣਾ ਪਵੇਗਾ? ਪਰਮੇਸ਼ਰ 'ਤੇ, ਤਾਂ ਕਿ ਉਹ ਤੁਹਾਡੇ ਅੰਦਰ ਪ੍ਰਭਾਵੀ ਰੂਪ ਨਾਲ ਕੰਮ ਕਰ ਸਕੇ। ਪ੍ਰੇਜ਼ ਦ ਲਾਰਡ। ਇਹ ਪਹਿਲਾ। ਦੂਜਾ, ਅਗਰ ਤੁਸੀਂ ਚਾਹੁੰਦੇ ਹੋ ਕਿ ਪਰਮੇਸ਼ਰ ਤੁਹਾਡੇ ਅੰਦਰ ਪ੍ਰਭਾਵੀ ਰੂਪ ਨਾਲ ਕੰਮ ਕਰੇ, ਤੁਹਾਡੇ ਅੰਦਰ ਪਰਮੇਸ਼ਰ ਦੇ ਵਚਨਾਂ ਦਾ ਸਟੀਕ ਗਿਆਨ ਹੋਣਾ ਚਾਹੀਦਾ। ਸਟੀਕ ਗਿਆਨ। ਤਾਂ ਅਗਰ ਤੁਹਾਡੇ ਅੰਦਰ ਸਟੀਕ ਵਚਨ ਦਾ ਗਿਆਨ ਨਹੀਂ ਹੈ, ਤਾਂ ਪਰਮੇਸ਼ਰ ਤੁਹਾਡੇ ਅੰਦਰ ਪ੍ਰਭਾਵੀ ਰੂਪ ਨਾਲ ਕੰਮ ਨਹੀਂ ਕਰ ਸਕਦਾ। ਕਿਉਂਕਿ ਲੋਕਾਂ ਨੂੰ ਕੀ ਚਾਹੀਦਾ ਵਾ? ਪ੍ਰਭੂ ਤੈਨੂੰ ਆਸ਼ੀਸ਼ ਦੇਵੇ, ਪ੍ਰਭੂ ਇਹ ਹਫਤਾ ਤੁਹਾਡੇ ਵਾਸਤੇ ਬਹੁਤ ਬਲੈਸਿੰਗ ਵਾਲਾ ਵਾ। ਉਹ ਬਸ ਇਹੀ ਸੁਣਨਾ ਚਾਹੁੰਦੇ ਹੋ। ਆਈਸਕ੍ਰੀਮ, ਕੋਲਡ ਡਰਿੰਕ, ਚਾਕਲੇਟ, ਰੋਟੀ ਨਹੀਂ ਚਾਹੀਦੀ। ਆਈਸਕ੍ਰੀਮ, ਚਾਕਲੇਟ ਤੁਹਾਡੇ ਸਰੀਰ ਵਿੱਚ ਤਾਕਤ ਨਹੀਂ ਦਿੰਦੀ। ਤਾਕਤ ਕੌਣ ਦਿੰਦਾ ਵਾ? ਰੋਟੀ, ਜਿਹਦੇ ਵਿੱਚ ਸਵਾਦ ਨਹੀਂ ਹੁੰਦਾ। ਹੱਸ ਲਓ। ਇਹ ਭੁੱਲ ਗਏ ਪ੍ਰਭੂ ਦੀ ਵੱਡੀ ਇੱਛਾ ਕੀ ਆ? ਇਨ ਮੈਂ, ਨਾ ਕਿ ਇਹਨਾਂ ਦੇ ਲਈ। ਕਿਹਨਾਂ ਨੂੰ ਸਮਝ ਆ ਰਿਹਾ? ਇਹ ਪ੍ਰਭੂ ਦੀ ਇੱਛਾ ਵਾ ਮੇਰੇ ਅੰਦਰ, ਨਾ ਕਿ ਮੇਰੇ ਲਈ। ਯਾਦ ਰੱਖੋ। ਫਿਰ ਤੋਂ ਬੋਲੋ ਪ੍ਰਭੂ ਦੀ ਇੱਛਾ ਹੈ ਮੇਰੇ ਅੰਦਰ ਕੰਮ ਕਰਨ ਦੀ, ਨਾ ਕਿ ਮੇਰੇ ਲਈ ਕੰਮ ਕਰਨ ਦੀ। ਤੇ ਬਹੁਤ ਸਾਰੇ ਲੋਕਾਂ ਦੀ ਇੱਛਾ ਕੀ ਆ ਕਿ ਪ੍ਰਭੂ ਉਹਨਾਂ ਦੇ ਲਈ ਕੰਮ ਕਰੇ, ਉਹਨਾਂ ਦੇ ਵਿੱਚ ਨਾ ਕੰਮ ਕਰੇ। ਪ੍ਰੇਜ਼ ਦ ਲਾਰਡ। ਅਗਰ ਤੁਸੀਂ ਮਸੀਹ ਦੀਆਂ ਵੱਡੀਆਂ ਚੀਜ਼ਾਂ ਦੇਖਣਾ ਚਾਹੁੰਦੇ ਹੋ, ਤਾਂ ਤੁਹਾਨੂੰ ਕੀ ਕਰਨਾ ਪਵੇਗਾ? ਤੁਹਾਨੂੰ ਪਰਮੇਸ਼ਰ ਦੇ ਲਈ ਕੰਮ ਕਰਨਾ ਪਵੇਗਾ, ਨਾ ਕਿ ਪਰਮੇਸ਼ਰ ਤੁਹਾਡੇ ਲਈ ਕੰਮ ਕਰੇ। ਪ੍ਰੇਜ਼ ਦ ਲਾਰਡ। ਕਿਹਨੂੰ ਸਮਝ ਆ ਰਿਹਾ ਹੈ ਕਿ ਇੱਥੇ? ਹੈਲੋ ਹੈਲੋ ਹੈਲੋ। ਕਿੰਨੇ ਲੋਕ ਮੇਰੇ ਨਾਲ ਹੈ? ਤਾਂ ਪ੍ਰਭਾਵੀ ਕੀ ਆ? ਪਹਿਲਾ ਕੀ ਆ? ਪੂਰਾ ਦਿਮਾਗ। ਦੂਜਾ ਕੀ ਆ? ਪਰਮੇਸ਼ਰ ਦੇ ਵਚਨ ਦਾ ਸਟੀਕ ਗਿਆਨ। ਕੀ ਚਾਹੀਦਾ? ਇਹੀ ਕਾਰਨ ਹੈ ਕਿ ਕ੍ਰਾਈਸਟ ਵੈਸੀ ਬਹੁਤ ਇੰਪੋਰਟੈਂਟ ਹੈ, ਕਿਉਂਕਿ ਇੱਥੇ ਤੁਹਾਨੂੰ ਕੀ ਮਿਲੇਗਾ? ਵਚਨ ਦਾ ਸਟੀਕ ਗਿਆਨ। ਔਰ ਪ੍ਰਭੂ ਦਾ ਜੋ ਕੰਮ ਤੁਹਾਡੇ ਅੰਦਰ ਹੈ, ਬਹੁਤ ਸਾਰੇ ਲੋਕ ਕਹਿੰਦੇ ਆ ਸਟੀਕ ਗਿਆਨ ਤੋਂ ਕੀ ਫਰਕ ਪੈਂਦਾ ਵਾ? ਤੁਹਾਨੂੰ ਇਹੀ ਤਾਂ ਪਤਾ ਨਹੀਂ ਭਾਈ। ਅਗਰ ਤੁਸੀਂ ਚਾਹੁੰਦੇ ਆ ਪ੍ਰਭੂ ਤੁਹਾਡੇ ਅੰਦਰ ਪ੍ਰਭਾਵੀ ਰੂਪ ਨਾਲ ਕੰਮ ਕਰੇ, ਤਾਂ ਤੁਹਾਨੂੰ ਆਪਣੀ ਆਤਮਾ ਵਿੱਚ ਕੀ ਪਾਉਣਾ ਪਏਗਾ? ਸਟੀਕ ਵਚਨ ਦਾ ਗਿਆਨ, ਤਾਂ ਕਿ ਪ੍ਰਭੂ ਤੁਹਾਡੇ ਅੰਦਰ ਕੀ ਕੰਮ ਕਰੇ? ਪ੍ਰਭਾਵੀ ਰੂਪ ਨਾਲ ਕੰਮ ਕਰ ਸਕੇ। ਤਾਂ ਬਹੁਤਿਆਂ ਦੀ ਜ਼ਿੰਦਗੀ ਵਿੱਚ ਕੀ ਹੁੰਦਾ ਵਾ? ਇੱਕ ਬਿਲਡਿੰਗ ਬਣੀ, ਦੂਜੀ ਬਿਲਡਿੰਗ ਬਣੀ, ਤੀਜੀ ਬਿਲਡਿੰਗ ਬਣੀ, ਚੌਥੀ ਬਿਲਡਿੰਗ ਬਣਦੀ ਆ, ਪੰਜਵੀਂ ਵਾਲਾ ਮੰਜ਼ਿਲਾ ਕੀ ਹੁੰਦਾ? ਝੁਕਣਾ ਸ਼ੁਰੂ ਹੋ ਜਾਂਦਾ ਵਾ, ਕਿਉਂਕਿ ਜੋ ਗਿਆਨ ਸੀ ਉਹ ਸਟੀਕ ਨਹੀਂ ਸੀ। ਪ੍ਰੇਜ਼ ਦ ਲਾਰਡ।
ਤਾਂ ਬਹੁਤ ਸਾਰੇ ਲੋਕਾਂ ਨੂੰ ਆਪਣੀ ਜ਼ਿੰਦਗੀ ਗਲਤ ਤਰੀਕੇ ਨਾਲ ਬਣਾਉਂਦੇ ਆ। ਬੋਲੋ ਮੇਰੇ ਅੰਦਰ ਪਰਮੇਸ਼ਰ ਕੰਮ ਕਰ ਰਿਹਾ। ਤਾਂ ਅੱਜ ਤੱਕ ਗਲਤ ਰਸਤੇ ਸੀਗੇ। ਪਰਮੇਸ਼ਰ ਵਾਸਤੇ ਅੱਛੀ ਚੀਜ਼ ਕੀ ਆ? ਜਿਸ ਦਿਨ ਤੁਸੀਂ ਇਹਨੂੰ ਕੰਮ ਕਰਨ ਦਾ ਮੌਕਾ ਦੋਗੇ, ਉਸ ਦਿਨ ਉਹ ਸਾਰੀਆਂ ਚੀਜ਼ਾਂ ਸਹੀ ਕਰਨਾ ਸ਼ੁਰੂ ਕਰ ਦੇਵੇਗਾ। ਪ੍ਰੇਜ਼ ਦ ਲਾਰਡ, ਹਾਲੇਲੂਇਆ। ਤੁਹਾਡੇ ਬੱਚੇ ਜੋ ਗਲਤ ਰਸਤੇ ਤੇ ਸੀ, ਅਚਾਨਕ ਉਹਨਾਂ ਨੂੰ ਬੁੱਧੀ ਆ ਜਾਏਗੀ। ਇਹ ਸਭ ਤੋਂ ਵਧੀਆ ਚੀਜ਼ ਹੈ ਕਿ ਪਰਮੇਸ਼ਰ ਨਾਲ ਕੀ ਆ? ਆਸ਼ਾ। ਹਾਲੇਲੂਇਆ। ਜਿੱਦਣ ਤੁਸੀਂ ਬਦਲਦੇ ਹੋ, ਉਦੋਂ ਤੁਹਾਡੇ ਨਾਲ ਜੁੜੀ ਹਰ ਚੀਜ਼ ਬਦਲ ਜਾਂਦੀ ਆ। ਇਹ ਨਾ ਸੋਚੋ ਬਹੁਤ ਵੱਡੀ ਗਲਤੀ ਹੋ ਗਈ। ਕੋਈ ਗੱਲ ਨਹੀਂ। ਅਗਰ ਤੁਸੀਂ ਆਪਣੀ ਜ਼ਿੰਦਗੀ ਵਿੱਚ ਪਰਮੇਸ਼ਰ ਨੂੰ ਕੰਮ ਕਰਨ ਦਾ ਮੌਕਾ ਦੋਗੇ, ਉਹ ਤੁਹਾਡੇ ਜੀਵਨ ਦੀ ਹਰ ਚੀਜ਼ ਨੂੰ ਸੁਧਾਰਨਾ ਸ਼ੁਰੂ ਕਰ ਦੇਵੇਗਾ। ਪਰ ਧਿਆਨ ਰੱਖੋ, ਪਰਮੇਸ਼ਰ ਵਾਸਤੇ ਤੁਹਾਡੀ ਜ਼ਿੰਦਗੀ ਤੋਂ ਵੱਧ ਜ਼ਿਆਦਾ ਤੁਸੀਂ ਜ਼ਰੂਰੀ ਹੋ। ਭੁੱਲ ਨਾ ਜਾਓ, ਪਰਮੇਸ਼ਰ ਨੇ ਤੁਹਾਡੇ ਵਾਸਤੇ ਜਾਨ ਦਿੱਤੀ ਹੈ, ਨਾ ਕਿ ਤੁਹਾਡੀ ਜ਼ਿੰਦਗੀ ਵਾਸਤੇ। ਪਰਮੇਸ਼ਰ ਨੇ ਤੁਹਾਡੀ ਆਤਮਾ ਬਚਾਉਣ ਵਾਸਤੇ ਜਾਨ ਦਿੱਤੀ ਹੈ, ਨਾ ਕਿ ਤੁਹਾਨੂੰ ਨੌਕਰੀ ਦੇਣ ਵਾਸਤੇ। ਪਰਮੇਸ਼ਰ ਨੇ ਜਾਨ ਦਿੱਤੀ ਆ ਤੁਹਾਨੂੰ ਸਵਰਗ ਲਿਜਾਣ ਵਾਸਤੇ, ਨਾ ਕਿ ਤੁਹਾਨੂੰ ਘਰ ਦੇਣ ਵਾਸਤੇ। ਭੁੱਲ ਨਾ ਜਾਓ। ਔਰ ਪਰਮੇਸ਼ਰ ਦਾ ਉਦੇਸ਼ ਤੁਹਾਡੀ ਜ਼ਿੰਦਗੀ ਵਿੱਚ ਕਦੀ ਵੀ ਬਦਲਣ ਵਾਲਾ ਨਹੀਂ ਹੈ। ਤਾਂ ਜਦੋਂ ਤੁਸੀਂ ਕਹੋਗੇ ਨੌਕਰੀ ਬਚਾਓ ਤਾਂ ਮੈਨੂੰ ਬਚਾਓ, ਪਰਮੇਸ਼ਰ ਕਿਹਨੂੰ ਬਚਾਏਗਾ? ਤੁਹਾਨੂੰ ਬਚਾਏਗਾ। ਤੁਹਾਡੇ ਵਾਸਤੇ ਨੌਕਰੀ ਜਾਨ ਦੇਵੇਗਾ ਤਾਂ ਕਿ ਤੁਸੀਂ ਬਚ ਜਾਓ। ਤੁਹਾਨੂੰ ਉਸ ਘਰ ਵਿੱਚ ਜਾਨ ਦੇਵੇਗਾ। ਤੁਸੀਂ ਜਾਓਗੇ ਘਰ ਜਿੱਥੇ ਚਰਚ ਨਹੀਂ ਆ, ਪ੍ਰਭੂ ਕਹੇਗਾ ਕਿਰਾਏ ਦੇ ਘਰ ਚ ਰਹਿ ਲੈ ਭਰਾਵਾ, ਜਿੱਥੇ ਚਰਚ ਵਾ। ਕਿਉਂਕਿ ਧਿਆਨ ਰੱਖੋ, ਉਹ ਕਿਹਦੇ ਵਾਸਤੇ ਮਰਿਆ? ਤੁਹਾਡੀ ਆਤਮਾ ਨੂੰ ਬਚਾਉਣ ਵਾਸਤੇ। ਔਰ ਤੁਹਾਡੀ ਆਤਮਾ ਨੂੰ ਬਚਾਉਣ ਵਾਸਤੇ ਮਰ ਸਕਦਾ ਤਾਂ ਬਾਕੀ ਕੁਝ ਵੀ ਕਰ ਸਕਦਾ। ਪ੍ਰੇਜ਼ ਦ ਲਾਰਡ, ਹਾਲੇਲੂਇਆ। ਬੋਲੋ ਪਰਮੇਸ਼ਰ ਮੇਰੇ ਅੰਦਰ ਕੰਮ ਕਰ ਰਿਹਾ। ਓਕੇ, ਤਾਂ ਆਪਾਂ ਕਿੱਥੇ ਸੀ? ਫਿਲਿੱਪੀਓ ਪਹਿਲਾ ਅਧਿਆਇ 6ਵਾਂ ਵਚਨ TPT। ਸੋਚ ਕੇ ਮੈਂ ਉਤਸ਼ਾਹਿਤ ਹੋ ਰਿਹਾ। ਆਈ ਪ੍ਰੇ ਵਿਦ ਗ੍ਰੇਟਫੁਲ ਯੂ। ਮੈਂ ਬੜੇ ਵਿਸ਼ਵਾਸ ਨਾਲ ਤੁਹਾਡੇ ਵਾਸਤੇ ਪ੍ਰਾਰਥਨਾ ਕਰਦਾ, ਕਿਉਂਕਿ ਮੈਂ ਪੂਰੀ ਤਰ੍ਹਾਂ ਨਾਲ ਮੰਗਦਾ ਕਿ ਜਿਹਨੇ ਤੁਹਾਡੇ ਅੰਦਰ ਇਹ ਮਹਿਮਾਮय ਕੰਮ ਸ਼ੁਰੂ ਕੀਤਾ। ਪ੍ਰੇਜ਼ ਦ ਲਾਰਡ। ਬੋਲੋ ਪਰਮੇਸ਼ਰ ਮੇਰੇ ਅੰਦਰ ਮਹਿਮਾਮय ਕੰਮ ਸ਼ੁਰੂ ਕੀਤਾ। Oh boy, this is beautiful. Will faithfully continue the process of the maturity. तो ਉਹ ਕੰਮ ਕੀ ਆ? ਆਪ ਤੁਹਾਨੂੰ ਵਿਅਸਕ ਬਣਾਉਣ ਦਾ ਕੰਮ ਹੈ। ਪ੍ਰੇਜ਼ ਦ ਲਾਰਡ। ਕਿਹਨੂੰ ਸਮਝ ਆ ਰਿਹਾ? ਹੁਣ ਅਸੀਂ ਗਾਣਾ ਗਾਣਾ, ਪ੍ਰਭੂ ਨੇ ਕੀ ਸ਼ੁਰੂ ਕੀਤਾ ਵਾ? ਮੇਰੇ ਅੰਦਰ ਅੱਛਾ ਕੰਮ ਸ਼ੁਰੂ ਕੀਤਾ। ਅੱਛਾ ਕੰਮ ਕੀ ਆ? ਤੁਹਾਨੂੰ ਵਿਅਸਕ ਬਣਾਉਣ ਦਾ, ਮੈਚੁਰ ਬਣਾਉਣ ਦਾ। ਹੈਲੋ ਹੈਲੋ ਹੈਲੋ, ਕਿਹਨੂੰ ਸਮਝ ਆ ਰਿਹਾ? ਕੀ ਆ? ਤੁਹਾਨੂੰ ਵਿਅਸਕ ਬਣਾਉਣ ਦਾ, ਮੈਚੁਰ ਬਣਾਉਣ ਦਾ। ਪਰਮੇਸ਼ਰ ਨਹੀਂ ਚਾਹੁੰਦਾ ਤੁਸੀਂ ਆਤਮਾ ਦੀਆਂ ਗੱਲਾਂ ਵਿੱਚ ਬੱਚੇ ਰਹੋ। ਪਰਮੇਸ਼ਰ ਚਾਹੁੰਦਾ ਵਾ ਤੁਸੀਂ ਕੀ ਹੋ ਜਾਓ? ਵਿਅਸਕ ਹੋ ਜਾਓ, ਸਿਆਣੇ ਹੋ ਜਾਓ। And you will faithfully continue the process of maturing and he put his finish touching you to you. Wow. ਉਹਦੇ ਵਿੱਚ ਕੀ ਲਿਆ ਗਿਆ? ਫਿਨਿਸ਼ਿੰਗ ਟੱਚ। ਕਿੱਥੇ? ਇੱਥੇ ਕਿ ਸਵਰਗ ਵਿੱਚ? ਬੋਲੋ ਇੱਥੇ। ਇੱਥੇ ਬੋਲੋ ਪਰਮੇਸ਼ਰ ਦਾ ਕੰਮ ਇੱਥੇ ਸ਼ੁਰੂ ਹੋਇਆ ਵਾ ਤਾਂ ਖਤਮ ਕਿੱਥਾ ਹੋਏਗਾ? ਬਹੁਤ ਸਾਰੇ ਲੋਕ ਕਹਿੰਦੇ ਆ ਸਵਰਗ ਵਿੱਚ ਕੰਮ ਖਤਮ ਹੋਏਗਾ। ਮੈਂ ਕਹਿੰਦਾ ਕੀ ਬਕਵਾਸ ਕਰ ਰਹੇ ਹੋ ਯਾਰ। ਅਗਰ ਕੰਮ ਧਰਤੀ ਤੇ ਸ਼ੁਰੂ ਹੋਇਆ ਵਾ ਤਾਂ ਖਤਮ ਵੀ ਧਰਤੀ ਤੇ ਹੋਏਗਾ। ਧਰਤੀ ਤੇ ਇੱਦਾਂ ਕੋਈ ਸੋਚ ਸਕਦਾ ਵਾ ਕਿ ਮੈਂ ਬੀਟੈਕ ਸ਼ੁਰੂ ਕੀਤੀ ਆ ਮੁੰਬਈ ਦੇ ਵਿੱਚ, ਖਤਮ ਹੋ ਗਈ ਚੇਨਈ ਵਿੱਚ। ਇੱਦਾਂ ਥੋੜ੍ਹੀ ਹੁੰਦਾ ਵਾ। ਜਿੱਥੇ ਸ਼ੁਰੂ ਕੀਤੀ ਉੱਥੇ ਖਤਮ ਹੁੰਦੀ ਪਾਈ। ਤੇ ਕੰਮ ਕਿੱਥੇ ਸ਼ੁਰੂ ਹੋਇਆ ਵਾ? ਪਰ ਧਰਤੀ ਤੇ। ਤਾਂ ਪਰਮੇਸ਼ਰ ਖਤਮ ਵੀ ਕਿੱਥੇ ਕਰਨਾ ਚਾਹੁੰਦਾ ਵਾ? ਧਰਤੀ ਤੇ। ਲੇਕਿਨ ਬਹੁਤ ਸਾਰੇ ਆ ਬਾਈਬਲ ਵਿੱਚ ਪੜ੍ਹੇ ਆ ਜਿੱਥੇ ਪਰਮੇਸ਼ਰ ਦਾ ਕੰਮ ਖਤਮ ਹੋ ਗਿਆ। ਇਨੋਕ, ਅਬਰਾਹਮ, ਦਾਊਦ, ਯਿਸੂ ਮਸੀਹ ਦੇ ਚੇਲੇ, ਪੌਲੁਸ, ਕਿੰਨੇ ਦੇ ਅੰਦਰ ਪਰਮੇਸ਼ਰ ਦਾ ਕੰਮ ਖਤਮ ਹੋ ਗਿਆ। ਤਾਂ ਤੁਸੀਂ ਵੀ ਹੋ ਸਕਦੇ ਹੋ ਜਿਹਦੇ ਅੰਦਰ ਪਰਮੇਸ਼ਰ ਦਾ ਕੰਮ ਕੀ ਹੋ ਜਾਵੇ? ਖਤਮ। ਪ੍ਰੇਜ਼ ਦ ਲਾਰਡ। ਬੋਲੋ ਜੋ ਕੰਮ ਪਰਮੇਸ਼ਰ ਨੇ ਸ਼ੁਰੂ ਕੀਤਾ, ਮੈਂ ਪਰਮੇਸ਼ਰ ਦੀ ਸਹਾਇਤਾ ਕਰਨ ਵਾਲਾ ਉਹਨੂੰ ਖਤਮ ਕਰਨ ਵਾਸਤੇ। ਸਹੀ ਹੈ ਨਾ? ਧਿਆਨ ਰੱਖੋ ਤੁਹਾਡਾ ਸਹਿਯੋਗ ਲੱਗੇਗਾ। ਇਹ ਨਾ ਸੋਚੋ ਤੁਸੀਂ ਕੁਛ ਨਹੀਂ ਕਰੋਗੇ ਤਾਂ ਹੋ ਜਾਊਗਾ। ਮੈਂ ਪਹਿਲੇ ਦੱਸ ਦਿੱਤਾ ਵਾ ਦੋ ਚੀਜ਼ ਕੀ ਆ, ਕੰਟੀਨਿਊ ਔਰ ਇਫੈਕਚੁਅਲ, ਨਿਰੰਤਰ ਔਰ ਪ੍ਰਭਾਵੀ। ਔਰ ਉਹਦੇ ਵਿੱਚ ਤੁਹਾਡੀ ਯੋਗਤਾ ਵਾ। ਪਰਮੇਸ਼ਰ ਚਾਹੁੰਦਾ ਕੀ ਆ? ਟੂ ਫਿਨਿਸ਼ ਦੀ ਪ੍ਰੋਡਕਟ ਕੀ ਆ? ਫਿਨਿਸ਼ਡ ਪ੍ਰੋਡਕਟ। ਕਿਹਨੇ ਦੇਖਣਾ ਚਾਹੁੰਦੇ ਆ ਫਿਨਿਸ਼ਡ ਪ੍ਰੋਡਕਟ? ਫਿਨਿਸ਼ਡ ਪ੍ਰੋਡਕਟ ਲਿਖਿਆ ਹੋਇਆ।
Faithfully continue the process of the maturing you, finish touching you. ਉਹ ਕੀ ਦਿਖਾਏਗਾ? ਫਿਨਿਸ਼ਿੰਗ ਟੱਚ until the unveiling the Lord Jesus Christ. ਜਿੰਨੀ ਦੇਰ ਤੱਕ ਯਿਸੂ ਮਸੀਹ ਤੁਹਾਡੇ ਅੰਦਰ ਦਿਖਣ ਨਾ ਲੱਗ ਜਾਏ। ਪ੍ਰੇਜ਼ ਦ ਲਾਰਡ, ਹਾਲੇਲੂਇਆ। ਜਦੋਂ ਤੁਹਾਡੀ ਪਤਨੀ ਨਾ ਕਵੇ ਕਿ ਮੈਂ ਯਿਸੂ ਮਸੀਹ ਨਾਲ ਰਹਿੰਦੀ ਹਾਂ, ਜਦੋਂ ਤੁਹਾਡੇ ਬੱਚੇ ਨਾ ਪਤਾ ਲੱਗੇ ਕਿ ਪਿਤਾ ਜੀ ਹੋਰ ਨਹੀਂ ਹੈ, ਯਿਸੂ ਮਸੀਹ ਪਿਤਾ ਜੀ ਦੇ ਅੰਦਰ ਹੈ, ਜਦੋਂ ਤੁਹਾਡੇ ਪੜੋਸੀ ਨੂੰ ਪਤਾ ਲੱਗ ਜੇ ਲਾਗੇ ਇੱਕ ਭਰਾਵਾ ਸੰਤ ਰਹਿੰਦਾ, ਢੰਗ ਨਾ ਰਹੋ। ਜਿਨ੍ਹਾਂ ਦੇ ਨਾਲ ਤੁਸੀਂ ਬਿਜ਼ਨਸ ਕਰ ਰਹੇ ਹੋ ਉਹਨਾਂ ਨੂੰ ਪਤਾ ਲੱਗ ਜਾਏ ਤੁਸੀਂ ਸੰਤ ਹੋ। ਤੁਹਾਡੇ ਅੰਦਰ ਤੋਂ ਯਿਸੂ ਮਸੀਹ ਨਜ਼ਰ ਆਉਣੇ ਚਾਹੀਦਾ, ਯਿਸੂ ਮਸੀਹ ਦਿਖਣੇ ਚਾਹੀਦਾ। ਲੋਕ ਖੁਸ਼ ਹੋ ਜਾਣ ਕਿ ਤੁਸੀਂ ਆ ਗਏ। ਕੌਣ ਆ ਗਿਆ? ਯਿਸੂ ਆ ਗਿਆ। ਪ੍ਰੇਜ਼ ਦ ਲਾਰਡ, ਹਾਲੇਲੂਇਆ। ਲੋਕ ਤੁਹਾਡੇ ਤੋਂ ਪਿੱਛਾ ਨਾ ਛੁਡਾਉਣ, ਲੋਕ ਤੁਹਾਡੇ ਪਿੱਛੇ ਪੈਣ। ਜਿਸ ਤਰ੍ਹਾਂ ਯਿਸੂ ਮਸੀਹ ਦੇ ਕੀ ਸੀ? ਪਿੱਛੇ ਸੀ, ਭੁੱਖੇ ਪਿਆਸੇ 3 ਦਿਨ। ਮੈਂ ਕਿਹਾ ਵਾਓ, 3 ਦਿਨ ਤੋਂ ਭੁੱਖੇ ਪਿਆਸੇ। ਜਿਸ ਤਰ੍ਹਾਂ ਪਾਸਟਰ ਪਹਿਲੀ ਵਾਰ ਕੀ ਸੀ? ਬਿਨਾਂ ਉੱਠੇ 2 ਘੰਟੇ। ਉੱਥੇ ਲਾਈਟ ਨਹੀਂ ਸੀ, ਗਰਮੀ ਵਿੱਚ ਸੀਗੇ, ਲਾਈਟ ਨਹੀਂ ਸੀ, ਗਰਮੀ ਵਿੱਚ ਸੀਗੇ, ਫਿਰ ਵੀ ਕੋਈ ਨਹੀਂ ਹਿਲਿਆ। ਪ੍ਰੇਜ਼ ਦ ਲਾਰਡ, ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਤਾਂ ਤੁਸੀਂ ਕਹਿੰਦੇ ਆ ਮੇਰੇ ਸੈੱਲ ਦੇ ਮੈਂਬਰ ਮੇਰੀ ਨਹੀਂ ਸੁਣਦੇ। ਜਿੱਦਣ ਤੁਹਾਡੇ ਅੰਦਰ ਯਿਸੂ ਮਸੀਹ ਦਿਖਾਈ ਦੇ ਗਿਆ ਉਸ ਦਿਨ ਤੁਹਾਡੀ ਸੁਣਨਗੇ। ਤੁਸੀਂ ਯਿਸੂ ਨੂੰ ਦਿਖਣ ਨਹੀਂ ਦਿੱਤਾ, ਇਸ ਲਈ ਤੁਹਾਡੀ ਸੁਣਦੇ ਨਹੀਂ ਹੈ। ਮੇਰੇ ਘਰ ਵਾਲੇ ਮੇਰੇ ਅੰਦਰ ਪਰਮੇਸ਼ਰ ਦੀ ਸੇਵਾ ਕਰਨ ਨਹੀਂ ਦਿੰਦੇ। ਜਿੱਦਣ ਤੁਹਾਡੇ ਅੰਦਰ ਯਿਸੂ ਮਸੀਹ ਦਿਖਾਈ ਦੇ ਗਿਆ ਉਦੋਂ ਤੋਂ ਤੁਹਾਨੂੰ ਰੋਕਣ ਦਾ ਪ੍ਰਯਾਸ ਨਹੀਂ ਕਰਨਗੇ। ਤੁਹਾਡੇ ਘਰ ਵਾਲੇ ਨੂੰ ਦਿਖਾਈ ਦੇਣੀ ਚਾਹੀਦੀ ਤੁਹਾਡੇ ਅੰਦਰ ਕੌਣ ਹੈ। ਪਰੇਸ਼ਾਨੀ ਇਹ ਹੈ ਕਿ ਸਾਡੇ ਘਰ ਵਾਲੇ ਨਹੀਂ ਮੰਨ ਪਾਉਂਦੇ ਕਿ ਬਦਲ ਪਾ ਗਏ। ਦੁਨੀਆ ਕੀ ਮੰਨੇਗੀ? ਕਿਉਂਕਿ ਅਸੀਂ ਉਹ ਜ਼ਿੰਦਗੀ ਜੀ ਨਹੀਂ ਆ ਘਰ ਦੇ ਵਿੱਚ ਜਿਹਦਾ ਉਹ ਸੀਨਾ ਠੋਕ ਕੇ ਕਹਿ ਸਕਣ, ਪ੍ਰਚਾਰ ਕਰ ਸਕਣ। ਉਹਨਾਂ ਨੂੰ ਯਿਸੂ ਦਿਖਾਈ ਨਹੀਂ ਦਿੰਦਾ। ਪ੍ਰੇਜ਼ ਦ ਲਾਰਡ। ਯਿਸੂ ਦਿਖਾਈ ਦੇਗਾ, ਸਨਮਾਨ ਕਰਨਗੇ, ਇੱਜ਼ਤ ਕਰਨਗੇ, ਸਨਮਾਨ। ਔਰ ਇਹ ਕੰਮ ਕੌਣ ਕਰ ਸਕਦਾ? ਪਰਮੇਸ਼ਰ। ਕਿਹਦੀ ਮਦਦ ਨਾਲ? ਤੁਹਾਡੀ ਮਦਦ ਨਾਲ। ਤਾਂ ਅੱਜ ਤੋਂ ਕੀ ਕਰੋ? ਪਰਮੇਸ਼ਰ ਦੀ ਮਦਦ ਕਰੋ ਤਾਂ ਕਿ ਤੁਹਾਡੇ ਅੰਦਰੋਂ ਕੀ ਕਰ ਸਕੇ? ਕੰਮ ਨੂੰ ਪੂਰਾ ਕਰ ਸਕੇ। ਆਪਣੇ ਹੱਥਾਂ ਨੂੰ ਉਠਾਓ, ਪਰਮੇਸ਼ਰ ਦਾ ਧੰਨਵਾਦ ਕਰੋ, ਧੰਨਵਾਦ ਕਰੋ। ਧੰਨਵਾਦ ਕਰੋ ਪਰਮੇਸ਼ਰ ਦਾ। ਪਰਮੇਸ਼ਰ ਤੁਹਾਡੇ ਅੰਦਰ ਕੰਮ ਕਰ ਰਿਹਾ। ਬੋਲੋ ਪਰਮੇਸ਼ਰ ਜੋ ਚੰਗਾ ਕੰਮ ਤੁਸੀਂ ਮੇਰੇ ਅੰਦਰ ਸ਼ੁਰੂ ਕੀਤਾ ਵਾ, ਪਰਮੇਸ਼ਰ ਜੋ ਚੰਗਾ ਕੰਮ ਤੁਸੀਂ ਮੇਰੇ ਅੰਦਰ ਸ਼ੁਰੂ ਕੀਤਾ ਵਾ, ਮੈਂ ਉਹਨੂੰ ਪੂਰਾ ਕਰਨ ਵਿੱਚ ਤੁਹਾਡੀ ਮਦਦ ਕਰੂੰਗਾ। ਤੁਹਾਡੇ ਅੰਦਰ ਧਿਆਨ ਦੇ ਕੇ ਤੁਹਾਡਾ ਕੰਮ ਕਰਕੇ, ਤਾਂ ਕਿ ਯਿਸੂ ਮਸੀਹ ਮੇਰੇ ਦੁਆਰਾ ਦਿਖਾਈ ਦੇਵੇ। ਯਿਸੂ ਮਸੀਹ ਮੇਰੇ ਦੁਆਰਾ ਦਿਖਾਈ ਦੇਵੇ ਮੇਰੀ ਦੁਨੀਆ ਵਿੱਚ। ਮੇਰੇ ਦੁਆਰਾ ਯਿਸੂ ਮਸੀਹ ਦਿਖਾਈ ਦੇਵੇ ਮੇਰੇ ਵਿਸ਼ਵ ਦੇ ਵਿੱਚ। ਯਿਸੂ ਮਸੀਹ ਦਿਖਾਈ ਦੇਵੇ ਮੇਰੇ ਦੋਸਤਾਂ ਨੂੰ, ਮੇਰੇ ਰਿਸ਼ਤੇਦਾਰਾਂ ਨੂੰ, ਮੇਰੇ ਟੀਚਰ ਨੂੰ, ਮੇਰੇ ਬੌਸ ਨੂੰ, ਮੇਰੇ ਪੜੋਸੀ ਨੂੰ। ਮੇਰੇ ਅੰਦਰ ਯਿਸੂ ਮਸੀਹ ਦਿਖਾਈ ਦੇਵੇ, ਕਿਉਂਕਿ ਇਹ ਤੁਹਾਡੀ ਇੱਛਾ ਕਿ ਮੇਰੇ ਅੰਦਰ ਤੋਂ ਯਿਸੂ ਮਸੀਹ ਦਿਖਾਈ ਦੇਵੇ। ਮੇਰੇ ਅੰਦਰ ਯਿਸੂ ਮਸੀਹ ਦਿਖਾਈ ਦੇਵੇ। ਮੇਰੇ ਅੰਦਰ ਤੋਂ ਯਿਸੂ ਮਸੀਹ ਦਿਖਾਈ ਦੇਵੇ। ਮੇਰੇ ਅੰਦਰ ਤੋਂ ਯਿਸੂ ਦਿਖਾਈ ਦੇਵੇ। ਯਿਸੂ ਮੇਰੇ ਅੰਦਰ ਤੋਂ ਦਿਖਾਈ ਦੇਵੇ। ਯਿਸੂ ਮੇਰੇ ਅੰਦਰ ਤੋਂ ਦਿਖਾਈ ਦੇਵੇ। ਮੈਂ ਇਸ ਕੰਮ ਨੂੰ ਪੂਰਾ ਕਰਕੇ ਜਾਊਂਗਾ ਇੱਥੋਂ। ਜਦੋਂ ਮੇਰੇ ਅੰਦਰੋਂ ਯਿਸੂ ਮਸੀਹ ਦਿਖਾਈ ਦੇਵੇਗਾ, ਮੇਰੀ ਦੁਨੀਆ ਦੇ ਹਰ ਵਿਅਕਤੀ ਨੂੰ, ਮੇਰੀ ਮਾਂ ਨੂੰ, ਮੇਰੇ ਪਿਤਾ ਜੀ ਨੂੰ, ਮੇਰੇ ਪਤੀ ਨੂੰ, ਪਤਨੀ ਨੂੰ, ਜੋ ਵੀ ਤੁਹਾਡੇ ਰਿਸ਼ਤੇਦਾਰ ਹੈ, ਤੁਹਾਡੇ ਅੰਦਰ ਯਿਸੂ ਮਸੀਹ ਨਜ਼ਰ ਆਵੇ। ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਆਮੇਨ। ਪ੍ਰੇਜ਼ ਦ ਲਾਰਡ। ਚਲਾ ਸਕਦੇ ਹੋ ਮਹਿਮਾ, ਮਹਿਮਾ,
ਮਹਿਮਾ। ਇਸ ਸਮੇਂ ਆਪਣੀ ਭੇਂਟ, ਆਪਣੇ ਦਸਵੰਧ, ਆਪਣੀ ਪਾਰਟਨਰਸ਼ਿਪ ਨੂੰ ਦੇਣ ਦਾ। ਔਰ ਤੁਹਾਨੂੰ ਪਤਾ ਜਦੋਂ ਅਸੀਂ ਆਪਣੀ ਭੇਂਟ ਦਿੰਦੇ ਹਾਂ ਤਾਂ ਕੀ ਹੁੰਦਾ ਵਾ, ਤੁਸੀਂ ਪਰਮੇਸ਼ਰ ਨੂੰ ਮੌਕਾ ਦਿੰਦੇ ਆ ਤੁਹਾਡੇ ਪੈਸੇ ਅੰਦਰ ਕੰਮ ਕਰਨ ਦਾ। ਬਹੁਤਿਆਂ ਨੂੰ ਨਹੀਂ ਪਤਾ ਅਸੀਂ ਕਿਉਂ ਭੇਂਟ ਦਿੰਦੇ ਹਾਂ, ਕਿਉਂ ਦਸਵੰਧ ਦਿੰਦੇ ਹਾਂ, ਕਿਉਂ ਬੀਜ ਬੋਂਦੇ ਹਾਂ, ਕਿਉਂ ਪਾਰਟਨਰਸ਼ਿਪ ਕਰਦੇ ਹਾਂ। ਕਿ ਅਗਰ ਤੁਸੀਂ ਚੀਜ਼ਾਂ ਨਹੀਂ ਕਰੋਗੇ, ਪਰਮੇਸ਼ਰ ਦੇ ਕੋਲ ਅਧਿਕਾਰ ਨਹੀਂ ਹੋਏਗਾ ਤੁਹਾਡੇ ਪੈਸੇ ਅੰਦਰ ਕੰਮ ਕਰਨ ਦਾ। ਸਮਝ ਆ ਰਿਹਾ ਤੁਹਾਨੂੰ? ਇਹੀ ਕਾਰਨ ਹੈ ਕਿ ਬਹੁਤ ਸਾਰੇ ਲੋਕ ਚਰਚ ਵਿੱਚ ਜਾ ਕੇ ਅਮੀਰ ਹੁੰਦੇ ਆ, ਕਈ ਗਰੀਬ ਹੋ ਜਾਂਦੇ ਆ, ਕਿਉਂਕਿ ਕਦੀ ਉਹਨਾਂ ਨੇ ਪਰਮੇਸ਼ਰ ਨੂੰ ਆਪਣੇ ਪੈਸੇ ਅੰਦਰ ਕੰਮ ਕਰਨ ਦਾ ਮੌਕਾ ਨਹੀਂ ਦਿੱਤਾ। ਇਹੀ ਕਾਰਨ ਹੈ ਕਿ ਭਾਰਤ ਵਿੱਚ ਮਸੀਹ ਗਰੀਬ ਹੈ, ਕਿਉਂਕਿ ਚਰਚ ਵਿੱਚ ਲੈਣ ਵਾਸਤੇ ਜਾਂਦੇ ਆ, ਔਰ ਜਿਸ ਵਿੱਚ ਖਾਣਾ ਮਿਲ ਜਾਂਦੇ ਆ ਉੱਥੇ ਭੀੜ ਲੱਗ ਜਾਂਦੀ ਹੈ। ਜਿੱਥੇ ਸਾਡੇ ਵਰਗੇ ਲੋਕ ਹੁੰਦੇ ਆ ਪੇਪਰ ਵਿੱਚ ਲੰਚ ਰੱਖ ਦਿੰਦੇ ਆ, ਉਹ ਕਹਿੰਦੇ ਉੱਥੇ ਕੌਣ ਜਾਏਗਾ ਭਾਈ। ਉੱਥੇ ਜੋ ਆਉਂਦੇ ਆ, ਜੋ ਮਜ਼ਬੂਤ ਹੁੰਦੇ ਆ, ਪ੍ਰੇਜ਼ ਦ ਲਾਰਡ, ਔਰ ਜੋ ਭੀੜ ਹੈ ਉਹਨੂੰ ਭੱਜਣ 'ਚ ਟਾਈਮ ਨਹੀਂ ਲੱਗੇਗਾ। ਤਾਂ ਹੁਣ ਤੋਂ ਤੁਸੀਂ ਕੀ ਕਰੋ, ਆਪਣੀ ਭੇਂਟ ਦਿਓ, ਆਪਣੇ ਦਸਵੰਧ ਦਿਓ, ਪਾਰਟਨਰਸ਼ਿਪ ਦਿਓ ਸਮਝ ਦੇ ਨਾਲ। ਪਰਮੇਸ਼ਰ ਕੀ ਕਰੇਗਾ, ਤੁਹਾਡੇ ਪੈਸੇ ਵਿੱਚ ਕੰਮ ਕਰੇਗਾ। ਦੋ ਤੋਂ ਤੁਹਾਨੂੰ ਦਿੱਤਾ ਜਾਵੇਗਾ ਔਰ ਦਿਆ ਜਾਏਗਾ ਦੇ ਵਿੱਚ ਕੀ ਆ, ਕੰਮ ਕੌਣ ਕਰੇਗਾ, ਪਰਮੇਸ਼ਰ। ਕਿਹਨੂੰ ਸਮਝ ਆ ਰਿਹਾ? ਕਹਿੰਦੀ ਨਾ ਬਾਈਬਲ, ਦਵੋ ਤਾਂ ਤੁਹਾਨੂੰ ਦਿੱਤਾ ਜਾਵੇਗਾ। ਕੋਈ ਨਾ ਜੋ ਤੁਹਾਡੇ ਅੰਦਰ ਕੰਮ ਕਰੇਗਾ, ਪ੍ਰਭੂ। ਜਦੋਂ ਦਿੰਦੇ ਆ ਇਹਨਾਂ ਚੀਜ਼ਾਂ ਨੂੰ ਯਾਦ ਰੱਖੋ, ਉਹ ਮੈਂ ਦਿੱਤਾ ਪ੍ਰਭੂ, ਤੁਹਾਡੀ ਸਾਮਰਥ ਇਹਦੇ ਵਿੱਚ ਕੰਮ ਕਰੇ, ਤੁਹਾਡੀ ਸਾਮਰਥ ਮੇਰੇ ਪੈਸੇ ਵਿੱਚ ਕੰਮ ਕਰੇ। ਔਰ ਦੇਖੋ ਤੁਹਾਡੇ ਤਾਂ ਪੈਸੇ ਨਾਲ ਕੀ ਹੋਏਗਾ। ਪ੍ਰੇਜ਼ ਦ ਲਾਰਡ। ਅਗਰ ਤੁਸੀਂ ਆਨਲਾਈਨ ਹੋ, ਤੁਸੀਂ ਆਪਣੀ ਭੇਂਟ ਦੇ ਸਕਦੇ ਹੋ। ਪ੍ਰੇਜ਼ ਦ ਲਾਰਡ। ਅਗਰ ਕਿਸੇ ਦੀ ਭੇਂਟ ਬਾਕੀ ਹੈ ਤਾਂ ਹੱਥ ਉਠਾ ਸਕਦੇ ਆ। ਚਲੋ ਪ੍ਰਾਰਥਨਾ ਕਰਦੇ ਆ, ਧੰਨਵਾਦ ਕਰਦੇ ਆ ਪ੍ਰਭੂ। ਧੰਨਵਾਦ ਇਸ ਭੇਂਟ ਨੂੰ ਲਿਆਉਣ ਦਾ ਅਵਸਰ ਦੇਣ ਵਾਸਤੇ ਤੁਹਾਡਾ ਧੰਨਵਾਦ ਦਿੰਦੇ ਆ। ਧੰਨਵਾਦ ਜਿਸ ਤਰ੍ਹਾਂ ਅਸੀਂ ਦਿੱਤਾ ਤੁਹਾਡੇ ਵਚਨਾਂ ਦੇ ਅਨੁਸਾਰ, ਤੁਹਾਡੇ ਕੰਮ ਵਾਸਤੇ, ਤੁਹਾਡੇ ਕੰਮ ਦੇ ਅਨੁਸਾਰ ਇਸ ਭੇਂਟ ਦੀ ਵੜੀ ਹੋਈ ਫਸਲ ਸਾਡੇ ਕੋਲ ਤੇਜ਼ੀ ਨਾਲ ਆ ਰਹੀ ਹੈ। ਯਿਸੂ ਮਸੀਹ ਦੇ ਨਾਮ ਦੇ ਵਿੱਚ ਅਸੀਂ ਨੇ ਬੇਟੇ ਦੇ ਉੱਪਰ ਆਸ਼ੀਸ਼ਾਂ ਦਾ ਆਹਵਾਨ ਕਰਦੇ ਹਾਂ, बढ़ोतरी का नियम बोलते हैं, राज और सुसमाचार के विस्तार के वास्ते। और इस प्रार्थना को प्रभु यीशु मसीह के नाम के मंगते हैं, आमीन। चला सकते हो महिमा। अगर तुसी कभी भी उदार ग्रहण नहीं किया, अगर तुसी कभी भी मसीह नूं अपने दिल में ग्रहण नहीं किया, अगर तुसी कभी भी मसीह के जीवन का अनुभव नहीं किया जिहदे बारे में गल कर रहा, ये तुहाडा समा। इन्हां शब्दां नूं कहो, हे प्रभु परमेश्वर, मैं विश्वास करदा यीशु मसीह ते, परमेश्वर दे पुत्र ते। मैं विश्वास करदा ओ मरिया मैनूं बचाउण वास्ते। मैं विश्वास करदा परमेश्वर ने ओनूं मुर्दे विचों जिलाया और अज वो जीवित है। मैं अपने मुंह तो अंगीकार करदा यीशु मसीह मेरे जीवन दा प्रभु है अज के दिन तो, और ਉਹਦੇ अंदर मेरे विश्वास के द्वारा मैं ग्रहण करदा अनंत जीवन मेरे दिल विच, मेरी आत्मा विच। धन्नवाद प्रभु मेरी आत्मा नूं बचाउण वास्ते। हुण मेरे कोल अनंत जीवन है, हुण मैं परमेश्वर की संतान है, मैं नवा जन्म ले लिया। धन्नवाद प्रभु। अगर तुसी हुणे प्रार्थना कीता वा पास्टर क्रिस दे नाल, बधाई होवो। परमेश्वर के परिवार में तुहाडा स्वागत है। खड़े होवांगे। परम पिता दा प्रेम, यीशु मसीह दा अनुग्रह
ਔਰ ਪਵਿੱਤਰ ਆਤਮਾ ਦੀ ਸਹਿਭਾਗਿਤਾ ਸਾਡੇ ਨਾਲ ਹਮੇਸ਼ਾ ਵਾਸਤੇ ਬਣੀ ਰਹੇਗੀ। ਪਰਮੇਸ਼ਰ ਯਿਸੂ ਮਸੀਹ ਦੇ ਨਾਮ ਦੇ ਵਿੱਚ ਆਮੀਨ। ਨਿਸ਼ਚੈ ਹੀ ਭਲਾਈ ਔਰ ਕਰੁਣਾ ਸਦਾ ਮੇਰੇ ਜੀਵਨ 'ਚ ਨਿਵਾਸ ਕਰੇਗੀ ਔਰ ਮੈਂ ਹਮੇਸ਼ਾ ਵਾਸਤੇ ਪਰਮੇਸ਼ਰ ਦੇ ਘਰ ਵਿੱਚ ਨਿਵਾਸ ਕਰਦਾ ਰਹੂੰਗਾ ਯਿਸੂ ਮਸੀਹ ਦੇ ਨਾਮ ਦੇ ਵਿੱਚ ਆਮੀਨ। ਆਨੰਦ ਮਨਾਓ, ਵਚਨ ਕੰਮ ਕਰਦਾ। ਇੱਕ ਦੂਜੇ ਦੀ ਵਿਅਕਤੀ ਦੀ ਮਦਦ ਕਰੋ। ਵਾਸਤਵਿਕਤਾ ਸੰਗ੍ਰਹਿ ਪਾਉਣ ਵਾਸਤੇ ਤੁਹਾਡੇ ਵਿੱਚੋਂ ਕੁਝ ਲੋਕ ਦੂਸਰੇ ਲੋਕਾਂ ਵਾਸਤੇ ਵਾਸਤਵਿਕਤਾ ਸੰਗ੍ਰਹਿ ਲੈ ਸਕਦੇ ਆ। ਕੁਝ ਲੋਕ 5 ਲੋਕਾਂ ਵਾਸਤੇ, 10 ਲੋਕਾਂ ਵਾਸਤੇ, 20 ਲੋਕਾਂ ਵਾਸਤੇ, 100 ਲੋਕਾਂ ਵਾਸਤੇ। ਔਰ ਤੁਹਾਡੇ ਵਿੱਚੋਂ ਕੁਝ ਲੋਕ 100, 1000 ਔਰ ਕੁਝ ਇੱਦਾਂ ਦੇ ਵੀ ਆ ਜਿਹੜੇ 1 ਲੱਖ ਲੋਕਾਂ ਵਾਸਤੇ ਦੇ ਰਹੇ ਆ। ਔਰ ਕੁਝ ਹੈ ਜੋ 10 ਲੱਖ ਤੋਂ ਵੀ ਜ਼ਿਆਦਾ ਲੋਕਾਂ ਵਾਸਤੇ ਵਾਸਤਵਿਕਤਾ ਸੰਗ੍ਰਹਿ ਦੇ ਰਹੇ ਆ ਵਿਅਕਤੀਗਤ ਰੂਪ ਦੇ ਨਾਲ। ਜੋ ਦੇ ਰਹੇ ਆ 10 ਲੱਖ ਵਾਸਤਵਿਕਤਾ ਸੰਗ੍ਰਹਿ ਦੀ ਕਾਪੀਜ਼ ਵਾਸਤੇ ਤੋਂ ਜਾਏਗੀ ਵਿਸ਼ਵ ਦੇ ਕੋਲ, ਵਿਸ਼ਵ ਦੇ ਵਿੱਚ 10 ਲੱਖ ਲੋਕਾਂ ਦੇ ਕੋਲ। ਇਹਨੂੰ ਤੁਰੰਤ ਹੀ ਸ਼ੁਰੂ ਕਰੋ ਔਰ ਦੇਖੋ ਆਪਣੇ ਆਪ ਦੇ ਵਿੱਚ ਇੱਕ ਦੂਜੇ ਵਿਅਕਤੀ ਤੱਕ ਵਾਸਤਵਿਕਤਾ ਸੰਗ੍ਰਹਿ ਪਹੁੰਚਾਉਣ ਵਿੱਚ ਸਹਾਇਤਾ ਕਰਦੇ ਹੋਏ। ਹੁਣ ਉਹ ਕਿੱਦਾਂ ਪ੍ਰਚਾਰ ਕਰਨ ਸਿਵਾਏ ਉਹਦੇ ਕਿ ਭੇਜਿਆ ਜਾਵੇ। ਆਪਣਾ ਮਨ ਬਣਾਓ। ਸ਼ਾਇਦ ਤੁਸੀਂ ਦੇ ਰਹੇ ਹੋ 10 ਕਾਪੀਆਂ ਵਾਸਤਵਿਕਤਾ ਸੰਗ੍ਰਹਿ ਦੀ। ਸ਼ਾਇਦ ਤੁਸੀਂ ਹਰ ਮਹੀਨੇ 1000 ਕਰਨਾ ਚਾਹੋ। ਸ਼ਾਇਦ ਤੁਸੀਂ ਕਰਨਾ ਚਾਹੋ 5000 ਹਰ ਮਹੀਨੇ ਜਾਂ ਕੁਛ ਹੈ। ਸ਼ਾਇਦ ਤੁਸੀਂ 2 ਹਰ ਮਹੀਨੇ ਜਾਂ ਕੁਛ ਹੈ। ਇੱਥੋਂ ਤੱਕ ਕਿ ਇੱਕ ਅਤਿਰਿਕਤ ਵੀ ਹਰ ਮਹੀਨੇ, ਇੱਕ ਤੁਹਾਡੇ ਵਾਸਤੇ ਜਾਂ ਕਿਸੇ ਹੋਰ ਵਾਸਤੇ। ਆਪਣੇ ਬਾਰੇ ਨਾ ਸੋਚੋ। ਸ਼ਾਇਦ ਤੁਸੀਂ ਕਰਨਾ ਚਾਹੋ 10 ਲੱਖ ਕਾਪੀਆਂ, ਸ਼ਾਇਦ ਤੁਸੀਂ 50 ਲੱਖ ਕਾਪੀ, ਸ਼ਾਇਦ 1 ਕਰੋੜ ਕਾਪੀ। ਅਧਿਕ ਜਾਣਕਾਰੀ ਵਾਸਤੇ ਸਕਰੀਨ ਤੇ ਦਿਏ ਹੋਏ ਨੰਬਰਾਂ ਤੇ ਸੰਪਰਕ ਕਰੋ।